कोई फायदा नहीं, सानू इस तरह बैठ के वापस जाने का कोई फायदा नहीं। सो आज की मीटिंग बेहद अहम है क्योंकि 26 जनवरी तुसीं दर्शकों के नाल सांझियां करो, कौन ये प्रदर्शन कर रहा है? जी बिल्कुल बिल्कुल तुहानूं तस्वीरां दिखा दिंने आ। इत्थे लगातार ਜਿਹੜੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਨੇ, ਪੰਜਾਬ ਦੀ ਗੱਲ ਕਰੀਏ, ਦੇਸ਼ ਦੇ ਬਾਕੀ ਕੋਨਿਆਂ ਦੀ ਗੱਲ ਕਰੀਏ ਤਾਂ ਵੱਖ-ਵੱਖ ਏਰੀਏ ਦੇ ਜਿਹੜੇ ਲੋਕ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ। ਲਗਾਤਾਰ ਉਹਨਾਂ ਵੱਲੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ, ਇਸੇ ਤਰ੍ਹਾਂ ਦੀਆਂ ਰੋਸ ਰੈਲੀਆਂ ਇੱਥੇ ਨਿਕਲਦੀਆਂ ਰਹਿੰਦੀਆਂ ਨੇ ਔਰ ਲਗਾਤਾਰ ਜਿਹੜੇ ਨਾਅਰੇਬਾਜ਼ੀ ਦੇ ਜ਼ਰੀਏ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ, ਇਹਨਾਂ ਬਿੱਲਾਂ ਦੇ ਖਿਲਾਫ ਨਾਅਰੇਬਾਜ਼ੀ ਅਕਸਰ ਹੁੰਦੀ ਰਹਿੰਦੀ ਹੈ ਔਰ ਪੂਰਾ ਦਿਨ ਇਸ ਤਰ੍ਹਾਂ ਹੀ ਜਿਹੜਾ ਇਹ ਪੂਰਾ 16-17 ਕਿਲੋਮੀਟਰ ਦਾ ਰੂਟ ਹੈਗਾ, ਉਸ ਰੂਟ ਦੇ ਉੱਤੇ ਨਾਅਰੇਬਾਜ਼ੀ ਹੁੰਦੀ ਰਹਿੰਦੀ ਹੈ। ਤੁਹਾਨੂੰ ਟਰੈਕਟਰ ਦੇਖ ਸਕਦੇ ਨੇ, ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਨੇ ਉਹ। ਤੁਸੀਂ ਬਣੇ ਰਹੋ ਸਾਡੇ ਨਾਲ, ਤਸਵੀਰਾਂ ਦਰਸ਼ਕਾਂ ਦੇ ਨਾਲ ਲਗਾਤਾਰ ਸਾਂਝੀਆਂ ਇਸੇ ਤਰ੍ਹਾਂ ਕਰਦੇ ਰਹੋ। ਸਾਡੇ ਨਾਲ ਬੀਜੇਪੀ ਆਗੂ ਸੁਰਜੀਤ ਜਿਆਣੀ ਜੁੜ ਗਏ ਨੇ। ਤਾਂ ਸੁਰਜੀਤ ਜਿਆਣੀ ਜੀ, ਅੰਦੋਲਨ ਦੇ ਵਿਚਾਲੇ ਇੱਕਦਮ ਜੋ ਐਨਆਈਏ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਨੋਟਿਸ ਭੇਜੇ ਗਏ ਨੇ, ਹੁਣ ਤੱਕ 40 ਤੋਂ ਵੱਧ ਲੋਕਾਂ ਨੂੰ, ਉਸ ਤੇ ਕਿਸਾਨ ਕਾਫੀ ਨਾਰਾਜ਼ ਹੋ ਗਏ ਨੇ, ਸਿਆਸਤ ਵੀ ਭਖ ਗਈ ਹੈ। ਕਹਿੰਦੇ ਨੇ ਕਿ ਸਰਕਾਰ ਅੰਦੋਲਨ ਨੂੰ ਕੁਚਲਣ ਦੇ ਲਈ ਹੁਣ ਐਨਆਈਏ ਦਾ ਹੱਥਕੰਡਾ ਅਪਣਾ ਰਹੀ ਹੈ। देखो अमृत कोई है जी गलत है नहीं, चलो जी अगर नोटिस आ भी जाता है, सानू भी आ जाते ने ते आपदा जाके जवाब दे देन। अगर कोई गल है एनआई, देखो एजेंसियां ने अपना काम करना ही है, सीबीआई ने करना है, आप कोई रोक तो किसी ते ला नहीं सकते। और हर एक चीज जी है किसानी अंदोलन नाल जोड़नी अच्छी नहीं है। कोई भी चीज किथे भी हो, किसी लीडर को कोई चिट्ठी चली जाती है, भावें स्टेट सरकार तो कोई हिसाब की गल चिट्ठी चली जाती है, सारी सारी ਇਹਦੇ ਨਾਲ जोड़ते। तो ਇਹਦੇ ਕੀ ਹੈ ਜੀ, एनआई की चिट्ठी अगर किसी ਨੂੰ आई है तो आपके पेश होने जवाब देन। साडा देश प्रजातंत्र देश है, कानून का राज है। जे अगर ਉਹਦੇ ਵਿੱਚ ਕੋਈ ਗੱਲ ਨਹੀਂ ਹੋਈ ਤਾਂ ਉਹਦੇ ਵਿੱਚ ਕੀ ਹੈ, ਉਹ ਸਾਫ਼ ਹੋ ਜੂਗੀ। ਜੇ ਗਲਤਫਹਿਮੀ ਨਾਲ ਵੀ ਆ ਸਕਦੀ ਹੈ ਔਰ ਉੱਥੇ ਜਾ ਕੇ ਆਪ ਦੀ ਤਸੱਲੀ ਦੇਣਾ ਸਾਡੀ ਡਿਊਟੀ ਹੈ, ਸਾਡਾ ਫਰਜ਼ ਹੈ। तो ਇਹਦੇ ਵਿੱਚ ਐਡੀ ਗੱਲ ਬਣਾਉਣ ਵਾਲੀ टाइमिंग ਤੇ ਸਵਾਲ ਚੁੱਕੇ ਜਾ ਰਹੇ ਨੇ ਕਿ टाइमिंग अचानक एकदम इस तरह किदां ये लिस्ट लंबी हो गई कि एनआईए ਨੂੰ याद आ गया कि जो एक पासे 26 जनवरी आ रही है तो दूजे पासे सिख फॉर जस्टिस ਦੇ ਨਾਲ जुड़े, हालांकि मामले पुराने ने पर ਇੰਨੀ ਜਲਦਬਾਜ਼ੀ ਦੇ ਵਿੱਚ ਸਾਰਿਆਂ ਨੂੰ ਪੁੱਛਤਾਛ ਲਈ ਬੁਲਾ ਲਿਆ ਗਿਆ ਤੇ ਆਗੂ ਵੀ ਜ਼ਿਆਦਾਤਰ ਉਹੀ ਨੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸਰਗਰਮ ਨੇ। ਦੇਖੋ ਮੈਡਮ ਦੀ ਗੱਲ ਇਹ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਕੋਈ ਸਾਰੇ ਦੋਸ਼ੀ ਨਹੀਂ ਹੁੰਦੇ। ਇਸ ਮਾਨਸ ਦੇ ਹੀ ਹੈ ਨਾ, ਜਿਹੜੀ ਇਨਸਾਨ ਦਾ ਜਿਹੜਾ ਸਰੀਰ ਹੈ ਇਹਦੇ ਵਿੱਚ ਦੇਵਤਾ ਵੀ ਹੈ, ਰਾਖਸ ਵੀ ਹੈ। ਹਰ ਇੱਕ ਤਰ੍ਹਾਂ ਦਾ ਇਨਸਾਨ, ਇੱਕ ਇਨਸਾਨ ਤਾਂ ਆਪਣੀ ਜਾਨ ਦੇ ਕੇ ਦੂਸਰੇ ਦੀ ਜਾਨ ਬਚਾ ਲੈਂਦਾ ਹੈ ਔਰ ਇਸੇ ਦੇਸ਼ ਦੇ ਵਿੱਚ ਇਹ ਜਿਹੇ ਇਨਸਾਨ ਵੀ ਆਪ ਦੇ 2 ਰੁਪਏ ਦੇ ਪਿੱਛੇ ਬੰਦੇ ਦੀ ਜਾਨ ਲੈ ਲੈਂਦਾ ਹੈ। ਤਾਂ ਪਛਾਣ ਦੀ ਲੋੜ ਹੈ। ਇੱਕ ਤਾਂ ਮਤਲਬ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਬਣਾਉਣਾ ਚਾਹੀਦਾ ਹੈ। ਔਰ ਆਪਾਂ 26 ਜਨਵਰੀ ਆ ਰਹੀ ਹੈ, ਇਹ ਦੇਸ਼ ਕਿਹਦਾ ਹੈ? ਦੇਸ਼ ਸਾਡਾ ਦੇਸ਼ ਹੈ ਔਰ ਅਸੀਂ ਕੋਈ ਹੋਰ ਨਹੀਂ ਆ। ਸਾਡਾ ਭਾਈਚਾਰਾ ਜਿਹੜਾ ਹੈ ਕਾਮਯਾਬ ਹੈ ਔਰ ਅਗਰ ਕੋਈ ਗੱਲ ਹੈ ਤਾਂ ਗੱਲ ਦਾ ਢੰਗ ਹੈ ਮਨਾਉਣ ਦਾ, ਗੱਲ ਕਰਨ ਦਾ। ਚਲੋ ਕਿਸਾਨ ਜਥੇਬੰਦੀਆਂ ਔਰ ਰਾਜੇਵਾਲ ਸਾਹਿਬ ਨੇ ਬੜਾ ਅੱਛਾ ਬਿਆਨ ਸਟੇਜ ਤੇ ਦਿੱਤਾ, ਸਟੇਟ ਦੇ ਉੱਤੇ ਅਸੀਂ ਉਹਦੀ ਤਾਰੀਫ ਕਰਦੇ ਹਾਂ ਕਿ ਰਾਜੇਵਾਲ ਸਾਹਿਬ ਨੇ ਕਿਹਾ ਦੇਖੋ ਕਿ ਸ਼ਾਂਤੀਪੂਰਨ ਅੰਦੋਲਨ ਜਿਹੜਾ ਹੈ ਔਰ ਉਹ ਸਰਕਾਰ ਗੱਲ ਸੁਣ ਰਹੀ ਹੈ ਔਰ ਡਿਸਕਸ਼ਨ ਦੇ ਵਿੱਚ ਰਿਜ਼ਲਟ ਨਿਕਲਿਆ। ਚਲੋ ਤੀਸਰੀ ਪਾਰਟੀ ਸੁਪਰੀਮ ਕੋਰਟ ਪੈ ਰਹੀ ਹੈ ਤੇ ਸੁਪਰੀਮ ਕੋਰਟ ਸਾਡੇ ਵਾਸਤੇ ਸੁਰਪਰੀ ਹੈ ਔਰ ਉਹਨਾਂ ਦਾ ਆਰਡਰ ਅਸੀਂ ਮੰਨਦੇ ਹਾਂ। ਪਰ ਜਾਨੀ ਜੀ ਲੱਗਦਾ ਨਹੀਂ ਹੈ ਕਿ ਮਸਲਾ ਤਾਂ ਜੋ ਪਹਿਲਾਂ ਪਿਛਲੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਨਹੀਂ ਹੱਲ ਹੋ ਰਿਹਾ, ਹਜੇ ਕਾਨੂੰਨਾਂ ਤੇ ਐਮਐਸਪੀ ਤੇ ਰੇਟ ਕਬਰ ਕਰਾ ਰਹੇ, ਪਰ ਹੁਣ ਇਹ ਐਨਆਈਏ ਦੇ ਮਾਮਲਿਆਂ ਦੇ ਨਾਲ ਇੱਕ ਨਵਾਂ ਮਸਲਾ ਛਿੜ ਗਿਆ ਕਿਉਂਕਿ ਹੁਣ ਕਿਸਾਨ ਕਹਿ ਰਹੇ ਨੇ ਕਿ 19 ਜਨਵਰੀ ਦੀ ਬੈਠਕ ਜਦੋਂ ਸਰਕਾਰ ਦੇ ਨਾਲ ਹੋਣੀ ਹੈ ਤਾਂ ਕਾਨੂੰਨਾਂ ਦੀ ਗੱਲ ਬਾਅਦ ਵਿੱਚ ਹੋਵੇਗੀ, ਐਮਐਸਪੀ ਦੀ ਗੱਲ ਬਾਅਦ ਵਿੱਚ ਹੋਵੇਗੀ, ਸਭ ਤੋਂ ਪਹਿਲਾਂ ਇਹਨਾਂ ਕੇਸਾਂ ਦੀ ਗੱਲ ਕੀਤੀ ਜਾਵੇਗੀ। ਚਲੋ ਤਾਂ ਜਥੇਬੰਦੀਆਂ ਨੂੰ ਕੌਣ ਰੋਕ ਸਕਦਾ ਹੈ? ਗੱਲ ਕਰ ਲੈਣ, ਜਵਾਬ ਮੰਗ ਲੈਣ ਔਰ ਜਵਾਬਦੇਹੀ ਸਰਕਾਰ ਦੀ ਹੈ ਔਰ ਸਰਕਾਰ ਨੇ ਜਵਾਬ ਦੇਣਾ ਹੈ। ਬਾਕੀ ਅਗਰ ਜੇ ਨੋਟਿਸ ਕਿਸੇ ਨੂੰ ਆਉਂਦਾ ਤਾਂ ਉੱਥੇ ਜਾ ਕੇ ਵੀ ਆਪਾਂ, ਸਾਡੇ ਕੋਲ ਵਕੀਲ ਹੈ, ਸਾਡੇ ਕੋਲ ਕਾਨੂੰਨ ਹੈ। ਜੇ ਅਗਰ ਸਾਨੂੰ ਕਿਸੇ ਨੇ ਸੱਦਿਆ ਤਾਂ ਉਹਦੇ ਕੋਲ ਪ੍ਰੂਫ ਹੋਊਗਾ। ਜੇ ਪ੍ਰੂਫ ਨਹੀਂ ਹੋਊਗਾ ਤਾਂ ਅਸੀਂ ਸਾਡੇ ਪ੍ਰਜਾਤੰਤਰ ਦੇਸ਼ ਦੇ ਸਾਡੇ ਗੱਲ ਕਰਨ ਦਾ ਰਾਈਟ ਹੈ ਔਰ ਅਸੀਂ ਜਿਸ ਤਰ੍ਹਾਂ ਬੈਠੇ ਮੈਨੂੰ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਬਣਾਉਣੀ ਚਾਹੀਦੀ ਆਪਾਂ ਨੂੰ। ਔਰ ਕੁਝ ਸ਼ਰਾਰਤੀ ਅੰਸਰ ਜਦੋਂ ਇਹ ਗੱਲ ਕਹੀ ਜਾਂਦੀ ਹੈ ਤਾਂ ਗੱਲ ਕੀ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਜਿਹੜੀ ਹੈ ਜਿਵੇਂ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਉਹ ਨਾ ਮਤਲਬ ਅੱਗ ਦੇ ਵਿੱਚ ਘਿਓ ਦਾ ਕੰਮ ਕਰਦੇ ਨੇ ਔਰ ਕੁਝ ਮੀਡੀਆ ਵੀ ਇਹ ਜੀ ਹੈ ਕਿ ਜਿਹੜੇ ਕੁਝ ਅੱਗ ਦੇ ਵਿੱਚ ਘਿਓ ਦਾ ਕੰਮ ਕਰ ਰਹੇ ਨੇ। ਮੈਂ ਉਹਨਾਂ ਨੂੰ ਪ੍ਰਾਰਥਨਾ ਕਰਦਾ ਕਿ ਅਗਰ ਇੱਕ ਬੰਦਾ ਕੋਈ ਮਾੜੀ ਗੱਲ ਕਰ ਰਿਹਾ ਉਹ ਨਾ ਦਿਖਾਈ ਜਾਏ, ਆਪਣੀ ਆਪਣੀ ਸੋਚ ਹੈ ਔਰ ਜਿਹੜਾ ਕੋਈ ਅੱਛੀ ਗੱਲ ਕਰਦਾ ਹੈ ਉਹਦੀ ਗੱਲ ਦਿਖਾਈ ਜਾਏ ਤਾਂ ਕਿ ਲੋਕਾਂ ਦੇ ਇੱਕ ਅੱਛਾ ਸੰਦੇਸ਼ ਜਾਏ। ਅੱਜ ਤਾਂ ਹੈ ਤਾਂ ਸਾਧਨ ਤਾਂ ਮੀਡੀਆ ਦਾ ਹੈ, ਵੈਸੇ ਤਾਂ ਪੜੋਸੀ ਨੂੰ ਪੜੋਸੀ ਦਾ ਹੀ ਪਤਾ ਨਹੀਂ ਲੱਗਦਾ ਵੀ ਕੀ ਹੋਇਆ, ਕੌਣ ਮਰਿਆ। ਸਾਨੂੰ ਸਵੇਰੇ ਅਖਬਾਰ ਪੜ੍ਹ ਕੇ ਪਤਾ ਲੱਗਦਾ ਹੈ ਕਿ ਫਲਾਣੇ ਨਾਲ ਆ ਗੱਲ ਹੋ ਗਈ। ਯਾਨੀ ਕਿ ਸਭ ਤੋਂ ਸੱਚਾ ਹੈ ਨਾ ਸਾਡਾ ਮੀਡੀਆ ਹੈ ਔਰ ਮੀਡੀਆ ਜਿਹੜੀ ਇਸ ਚੀਜ਼ ਦਾ ਧਿਆਨ ਦੇਵੇ ਕਿ ਅਗਰ ਕੋਈ ਗਲਤ ਅਲਫਾਜ਼ ਕਹੇ ਤਾਂ ਕੱਟ ਦੇਵੇ। ਕੋਈ ਜ਼ਰੂਰੀ ਉਹ ਦਿਖਾਣਾ? ਅਸੀਂ ਦੇਖ ਰਹੇ ਹਾਂ WhatsApp ਦੇ ਵਿੱਚ, Facebook ਦੇ ਵਿੱਚ ਬੜੀਆਂ ਗਲਤ ਗੱਲਾਂ ਆ ਰਹੀਆਂ ਔਰ ਜਿਹਦਾ ਅਸਰ ਲੋਕਾਂ ਦੇ ਵਿੱਚ ਜਾ ਰਿਹਾ। ਜਦੋਂ ਲੋਕਾਂ 'ਚ ਜਾਂਦਾ ਫਿਰ ਸਾਡਾ ਆਪਸਰੀ 'ਚ ਭਾਈਚਾਰੇ ਦਾ ਵਿੱਚ ਨੁਕਸਾਨ ਹੋ ਰਿਹਾ। ਤਾਂ ਇਸ ਕਰਕੇ ਕੀ ਹੈ ਕਿ ਇਹ ਛੋਟੀ ਮੋਟੀ ਗੱਲਾਂ ਜਿਹੜੀ ਹੈ ਜਾ ਕੇ ਉੱਥੇ ਗੱਲ ਕੀਤੀ ਜਾਏ
NI ਦਾ ਆ ਗਿਆ ਤਾਂ ਕੋਈ ਨਹੀਂ, ਜੇ CBI ਦਾ ਜੇ ਤਾਂ ਕੋਈ ਨਹੀਂ, ਤੇ ਸਾਡੇ ਕੋਲ ਅਗਰ ਕੋਈ ਆਇਆ ਨੋਟਿਸ ਤਾਂ ਉਹਨਾਂ ਕੋਲ ਕੋਈ ਹੋਣਾ, ਤੇ ਜੇ ਅਗਰ ਝੂਠਾ ਹੈ ਤਾਂ ਉੱਥੇ ਆਪਾਂ ਜਾ ਕੇ ਸਿੱਧ ਕਰ ਦਈਏ। ਮੈਨੂੰ ਨਹੀਂ ਲੱਗਦਾ ਕੋਈ ਐਡੀ ਗੱਲ ਬਣਾਉਣ। ਜਥੇਬੰਦੀਆਂ ਨੇ ਮਨਾ ਕਰ ਦਿੱਤਾ ਹੈ, ਕਹਿੰਦੇ ਨੇ ਕਿ ਪੇਸ਼ ਕੋਈ ਨਹੀਂ ਹੋਵੇਗਾ। ਉਹ ਜਥੇਬੰਦੀਆਂ ਦੀ ਮਰਜ਼ੀ ਹੈ ਜੀ, ਇਹਦੇ ਵਿੱਚ ਆਪਾਂ ਕਾਨੂੰਨ ਦੀ ਪਾਲਣਾ ਨਹੀਂ ਕਰਦੇ। ਜੇ ਅਗਰ ਆਪਾਂ ਕਾਨੂੰਨ ਦੇਸ਼ ਦੇ ਹਿੱਤ ਦੇ ਹਾਂ, ਪ੍ਰਜਾਤੰਤਰ ਦੇਸ਼ ਦੇ ਵਿੱਚ ਕਾਨੂੰਨ ਹੈ, ਤਾਂ ਸਾਨੂੰ ਕੋਈ ਸੱਦੇ ਜਾਣਾ ਚਾਹੀਦਾ ਹੈ। ਸੁਰਜੀਤ ਜਾਨੀ ਜੀ ਬਣੇ ਰਹੋ ਤੁਸੀਂ ਸਾਡੇ ਨਾਲ। ਅਕਾਲੀ ਆਗੂ ਵਿਰਸਾ ਸਿੰਘ ਵਲਟੋਆ ਜੁੜ ਗਏ ਨੇ। ਤੇ ਵਿਰਸਾ ਸਿੰਘ ਵਲਟੋਆ ਜੀ, ਕਿਸਾਨਾਂ ਦੇ ਅੰਦੋਲਨ ਦੇ ਵਿਚਾਲੇ ਇੱਕ ਤੋਂ ਬਾਅਦ ਇੱਕ NIA ਦੇ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ ਜੋ ਸਰਗਰਮ ਆਗੂ ਨੇ, ਕਿਸ ਤਰ੍ਹਾਂ ਦੇਖਦੇ ਹੋ? ਸਰਕਾਰ ਹੋਸ਼ੇ ਹਥਿਆਰਾਂ ਤੇ ਆਈ ਪਈ ਹੈ। ਕੇਂਦਰ ਸਰਕਾਰ ਨੇ ਇਸ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਵਾਸਤੇ, ਬਦਨਾਮ ਕਰਨ ਵਾਸਤੇ ਹਰੇਕ ਤਰ੍ਹਾਂ ਦੀ ਚਾਲ ਚੱਲ ਰਹੀ ਹੈ। ਕਦੀ ਹੋਏ ਆ ਖਾਲਿਸਤਾਨੀ ਇਕੱਠੇ ਹੋਏ ਆ, ਇੱਥੇ ਨਕਸਲਵਾਦੀ ਇਕੱਠੇ ਹੋਏ ਆ, ਕਦੀ ਦਲਾਲ ਇਕੱਠੇ ਹੋਏ ਆ, ਕਦੇ ਇਹਨਾਂ ਨੂੰ ਪਾਕਿਸਤਾਨ ਤੋਂ ਮਦਦ ਹੈ, ਕਦੇ ਚਾਈਨਾ ਤੋਂ ਮਦਦ ਹੈ, ਹਰ ਹਰਬਾ ਇਹਨਾਂ ਨੇ ਵਰਤ ਰਿਹਾ ਹੈ। ਤੇ ਫਿਰ ਹੁਣ ਇਹਨਾਂ ਕੋਲੇ ਜਿਹੜੀ ਆਪਣੀ ਇੱਕ ਸ਼ਕਤੀ ਹੈ ਜਿਹੜੀ ਹਮੇਸ਼ਾ ਹੀ ਇਹ ਵਿਰੋਧੀਆਂ ਵਾਸਤੇ ਵਰਤਦੇ ਨੇ, ਚਾਹੇ CBI ਹੋਵੇ, ਚਾਹੇ ED ਹੋਵੇ, ਤੇ ਜਿਹੜੀ NIA ਹੈ ਕਿ ਜਿਹੜੀ ਜਿਹਦੇ ਕੋਲੇ UAPA ਵਰਗੇ ਜਿਹੜੇ ਇਹੋ ਜਿਹੇ ਕਾਨੂੰਨ ਨੇ ਜਿਹੜੇ ਉਹਨਾਂ ਦੇ ਤਹਿਤ ਡਰਾਉਣ ਦਾ, ਧਮਕਾਉਣ ਦਾ, ਦਬਾਉਣ ਦਾ ਇਹ ਰਸਤਾ ਜਿਹੜਾ ਕੇਂਦਰ ਸਰਕਾਰ ਨੇ ਸ਼ੁਰੂ ਕੀਤਾ ਆ, ਇਹ ਅਤ ਮੰਦਭਾਗਾ ਆ ਲੋਕਤੰਤਰ ਵਾਸਤੇ ਵੀ, ਦੇਸ਼ ਵਾਸਤੇ ਵੀ। ਔਰ ਇੱਕ ਗੱਲ ਜਿਹੜੀ ਇਹ ਪੰਜਾਬੀਆਂ ਦੀ ਖਾਸੀਅਤ ਆ, ਸਿੱਖਾਂ ਦੀ ਖਾਸੀਅਤ ਹੈ, ਕਦੀ ਦਬਾਇਆ ਨਹੀਂ ਦੱਬਦੇ। ਇਹ ਤੇ ਗੱਲ ਦੇ ਨਾਲ ਲਾਇਆ, ਇਹ ਮਾਣ ਵੀ ਦਿੰਦੇ ਨੇ, ਸਤਿਕਾਰ ਵੀ ਦਿੰਦੇ ਨੇ, ਤੇ ਅਗਲੇ ਦੀ ਗੱਲ ਵੀ ਮੰਨ ਲੈਂਦੇ ਨੇ। ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਅੰਦੋਲਨ ਨੂੰ ਢਾਲ ਪਾਉਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇਹ ਹੱਥਕੰਡੇ ਅਪਣਾਏ ਜਾ ਰਹੇ ਨੇ। ਹੈਲੋ ਜੀ ਵਿਰਸਾ ਸਿੰਘ ਵਲਟੋਆ ਜੀ, ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਹੱਥਕੰਡੇ ਅਪਣਾ ਰਹੀ ਹੈ ਕਿਸਾਨੀ ਅੰਦੋਲਨ ਨੂੰ ਢਾਲ ਲਾਉਣ ਲਈ। ਬਿਲਕੁਲ ਇਹ 'ਚ ਕੋਈ ਡਰਾਮਾ ਨਹੀਂ ਗਿਆ ਜੀ, ਇਹ ਤਾਂ ਸਪਸ਼ਟ ਹੈ। ਜਿਸ ਤਰ੍ਹਾਂ ਦਾ NIA ਦੀ ਵਰਤੋਂ ਹੁਣ ਸ਼ੁਰੂ ਹੋ ਗਈ ਹੈ, NIA ਨੂੰ ਬਕਾਇਦਾ ਜਿਹੜੀਆਂ ਇਸ ਤਰ੍ਹਾਂ ਜਾਪਦਾ ਕਿ ਕੇਂਦਰ ਸਰਕਾਰ ਵੱਲੋਂ ਸਪੈਸ਼ਲ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਦਹਿਸ਼ਤ ਪਾਉਣ ਵਾਸਤੇ। ਪਤਾ ਨਹੀਂ ਕਿਉਂ ਇਹ ਕਿਸ ਭੁਲੇਖੇ 'ਚ ਨੇ। ਇਹ ਪੰਜਾਬੀ ਜਦੋਂ ਵੀ ਤੁਸੀਂ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕਰੋਗੇ, ਦਬਾਉਣ ਦੀ ਕੋਸ਼ਿਸ਼ ਕਰੋਗੇ, ਡਰਾਉਣ ਦੀ, ਧਮਕਾਉਣ ਦੀ ਕੋਸ਼ਿਸ਼ ਕਰੋਗੇ, ਉਦੋਂ ਜਿਹੜੇ ਪੰਜਾਬੀ ਨੇ, ਖਾਸ ਕਰਕੇ ਸਿੱਖ ਨੇ ਜਿਹੜੇ ਤਾਂ ਜਾਨੀ ਜੀ ਕਹਿੰਦੇ ਨੇ ਕਿ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ, ਤੇ ਦਹਿਸ਼ਤ ਪਾਈ ਜਾਵੇਗੀ ਤੇ ਪੰਜਾਬੀ ਤੇ ਕਿਸਾਨ ਜੋ ਨੇ ਉਹ ਦੱਬਣਗੇ ਨਹੀਂ, ਬਲਕਿ ਹੋਰ ਵੀ ਜ਼ਿਆਦਾ ਉਤਸ਼ਾਹ ਦੇ ਨਾਲ ਉਹ ਅੱਗੇ ਉੱਠ ਕੇ ਆਉਣਗੇ। ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਉਹ ਨਜ਼ਰ ਨਹੀਂ ਆਂਦੀ। ਰਾਜਨਾਥ ਜੀ ਨੇ ਆਪਣੇ ਬਿਆਨ ਦੇ ਵਿੱਚ ਜੋ ਪੰਜਾਬੀਆਂ ਵਾਸਤੇ ਔਰ ਸਿੱਖਾਂ ਦੀ ਕੁਰਬਾਨੀ ਵਾਸਤੇ ਜੋ ਗੱਲ ਕੀਤੀ, ਉਹ ਨਜ਼ਰ ਨਹੀਂ ਆਂਦੀ। ਅਗਰ ਕੋਈ ਟੁੱਚ ਪੁੱਚ ਬੰਦਾ ਕਿੱਥੇ ਕੋਈ ਬਿਆਨ ਦੇ ਦਿੰਦਾ ਹੈ, ਉਹਦੇ ਨਾਲ ਜੇ ਮਾੜਾ ਮੋਟਾ ਕਿਸੇ BJP ਦਾ ਪਾਣੀ ਵੀ ਪੀਤਾ ਹੋਏ ਤੇ ਉਹ ਉਹਦੇ ਨਾਲ ਸਾਰੀ ਪਾਰਟੀ ਨਾਲ ਜੋੜ ਦਿੰਦੇ ਨੇ। ਮੈਨੂੰ ਦੱਸੋ ਕਿਹੜੇ ਵੱਡੇ ਲੀਡਰ ਨੇ ਬਿਆਨ ਦਿੱਤਾ ਹੈ ਵੀ ਉੱਥੇ ਖਾਲਿਸਤਾਨੀ ਹੈ? ਉੱਥੇ ਸ਼ੰਕਾ ਜ਼ਾਹਿਰ ਕੀਤੀ ਗਈ ਹੈ। ਔਰ ਜਿਹੜੇ ਕੁਝ ਲੋਕ ਉੱਥੇ, ਮੈਂ ਤੁਹਾਨੂੰ ਕਿਹਾ ਹੈ ਕਿ ਇਸ ਮਾਨਸ ਜੂਨੀ ਦੇ ਵਿੱਚ ਰਾਖਸ਼ ਵੀ ਹੈ, ਦੇਵਤਾ ਵੀ ਹੈ, ਤੇ ਰਾਖਸ਼ ਪ੍ਰਵਿਰਤੀ ਦੇ ਲੋਕ ਕੁਝ ਅਲਫਾਜ਼ ਗਲਤ ਬੋਲਦੇ ਨੇ ਔਰ ਮੀਡੀਆ ਨੂੰ ਚੱਕ ਕੇ ਦਿਖਾਉਂਦਾ ਹੈ, ਪਤਾ ਨਹੀਂ ਕਿਸ ਲਾਲਚ ਨਾਲ ਦਿਖਾਉਂਦਾ ਹੈ। ਤਾਂ ਫਿਰ ਇਹਦੇ ਵਿੱਚ ਤੁਸੀਂ ਰਾਜਨਾਥ ਜੀ ਨੇ ਕਿਹਾ ਉਹ ਦੇਖੋ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਆ ਉਹ ਦੇਖੋ। ਔਰ ਮੈਨੂੰ ਪਤਾ ਹੈ ਕਿ ਅਮਿਤ ਸ਼ਾਹ ਜੀ ਨੇ ਜਦੋਂ ਇੱਕ 8 ਤਾਰੀਖ ਦੀ ਮੀਟਿੰਗ ਸੀ, ਉੱਥੇ ਵੀ ਜਥੇਬੰਦੀਆਂ ਨਾਲ ਕਿੰਨੀ ਨਮਰਤਾ ਨਾਲ ਪ੍ਰਾਰਥਨਾ ਕੀਤੀ ਸੀ ਕਿ ਜੋ ਕਿਸਾਨ ਦਾ ਭਲਾ ਚਾਹੁੰਦੇ ਅਸੀਂ ਕਰਨ ਨੂੰ ਤਿਆਰ ਹਾਂ। ਕਿਸਾਨ ਸਾਡਾ ਅੰਨਦਾਤਾ ਹੈ, ਅਸੀਂ ਅੰਨਦਾਤਾ ਦੇ ਸਵਾ ਤਾਂ ਕਦੇ ਕੁਝ ਕਿਹਾ ਨਹੀਂ। ਹੁਣ ਤੁਸੀਂ ਮੈਂ ਕਿਸੇ ਦੀ ਹੋਰ ਨਾ ਜਾਓ, ਮੇਰੀ ਗੱਲ ਦੇਖ ਲਓ। ਮੈਂ ਜਿਹੜੀ ਮੈਂ ਵਿੱਚ ਪਹਿਲੇ ਗੱਲ ਕੀਤੀ ਆਪਦੀ ਪਾਰਟੀ ਨੂੰ ਕਿਹਾ ਵੀ ਗੱਲ ਸੁਣੋ, ਉਹਦੇ ਬਾਅਦ ਮੈਂ ਵਿੱਚ ਪੈ ਕੇ ਸਵਾ ਮਹੀਨਾ ਲੱਗਿਆ ਰਿਹਾ। ਉਹਦੇ ਬਾਅਦ ਮੈਂ ਇੱਕੋ ਹੀ ਗੱਲ ਕਹੀ ਕਿ ਵੀ ਤੁਸੀਂ 40-45 ਬੰਦੇ ਹੋ, ਕੋਈ ਲੀਡਰ ਤਾਂ ਚੁਣ ਲਓ। ਤੁਸੀਂ ਲੀਡਰ ਵੀ ਨਾ ਹੋਇਆ ਪਏ ਹੋ, ਉਹ ਬਰਦਾਸ਼ਤ ਨਹੀਂ। ਮੈਂ ਕਹਿੰਦਾ ਵੀ ਇਹ ਕਾਨੂੰਨ 20 ਸਾਲ ਪਹਿਲੇ ਆਣਾ, ਕਾਨੂੰਨਾਂ ਦੇ ਵਿੱਚ ਕੋਈ ਨੁਕਸ ਨਹੀਂ। ਤੇ ਕਾਨੂੰਨ ਸਾਡਾ ਇੱਕ ਪੈਰਲਲ ਰਸਤਾ ਹੈ, ਸਾਨੂੰ ਕੋਈ ਬੌਂਡ ਨਹੀਂ ਕਰ ਰਿਹਾ। ਆਪਾਂ ਕਾਲਾ ਕਾਨੂੰਨ ਕਿਸ ਕਰਕੇ ਕਹਿੰਦੇ ਆ? ਜੇ ਸਾਨੂੰ ਬੌਂਡ ਕੀਤਾ ਹੋਵੇ ਵੀ ਜ਼ਰੂਰੀ ਕਰਨਾ ਤਾਂ ਅਸੀਂ ਕਹੀਏ, ਤਾਂ ਪਰ ਇਹ ਗੱਲਾਂ ਸਾਰੀਆਂ ਅੱਛਾ ਉਹਦੇ ਵਾਸਤੇ ਉਹ ਚੀਜ਼ ਵੀ ਅੱਛੀ ਨਹੀਂ ਲੱਗਦੀ। ਨਹੀਂ ਚਲੋ ਜਾਨੀ ਜੀ, ਫਿਲਹਾਲ ਆਪਾਂ ਗੱਲ NIA ਦੇ ਨੋਟਿਸ ਦੀ ਕਰ ਰਹੇ ਹਾਂ। ਅਕਾਲੀ ਦਲ ਕਹਿ ਰਿਹਾ ਕਿ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਦੋਲਨ ਨੂੰ, ਕਿਉਂਕਿ ਬਾਕੀ ਹੱਥਕੰਡੇ ਕੰਮ ਨਹੀਂ ਆ ਰਹੇ। ਦੇਖੋ, ਭਾਰਤੀ ਜਨਤਾ ਪਾਰਟੀ ਅੱਜ ਤੱਕ ਨਾ ਧੱਕਾ ਕੀਤਾ ਹੈ, ਨਾ ਕਰਦੀ ਹੈ, ਨਾ ਇਹਦੀ ਸੋਚ ਰੱਖੀ ਹੈ। ਭਾਰਤੀ ਜਨਤਾ ਪਾਰਟੀ ਰਾਸ਼ਟਰ ਦੀ ਪਾਰਟੀ ਹੈ, ਦੇਸ਼ ਹਿੱਤ ਵਿੱਚ ਗੱਲ ਕਰਦੀ ਹੈ ਔਰ ਹਮੇਸ਼ਾ ਸਿੱਖਾਂ ਦਾ ਕੀ, ਹਰੇਕ ਧਰਮ ਦਾ 135 ਕਰੋੜ ਲੋਕਾਂ ਦਾ ਮਾਨ ਸਨਮਾਨ ਕਰਦੇ ਨੇ
ਔਰ ਮੋਦੀ ਸਾਹਿਬ ਜਦੋਂ ਵੀ ਆਪਣੀ ਗੱਲ ਕਰਦੇ ਨੇ ਉਹਦੇ ਵਿੱਚ ਆ ਗੱਲ ਕਰਦੇ ਨੇ। ਕੋਈ ਵੀ ਸੁੱਖ ਸੁਵਿਧਾ ਜਿਹੜੀ ਦਿੱਤੀ ਜਾਂਦੀ ਹੈ ਕੋਈ ਦੇ ਵਿੱਚ ਜਾਤ ਪਾਤ ਗਾਂਵ ਸ਼ਹਿਰ ਕੁਝ ਵੀ ਨਹੀਂ ਹੁੰਦਾ। ਪਿੱਛੇ ਇਤਿਹਾਸ ਉਠਾ ਕੇ ਦੇਖ ਲਓ। ਠੀਕ ਹੈ, ਮਨਾਂ 'ਚ ਜਦੋਂ ਫਰਕ ਆ ਜਾਂਦਾ ਹੈ ਨਾ ਜੀ, ਜਦੋਂ ਮਨਾਂ 'ਚ ਫਰਕ ਆ ਜਾਂਦਾ, ਜੇ ਖੁੰਗਾਰ ਮਾਰਦਾ ਨਾ ਉਹ ਕਹਿੰਦਾ ਜੀ ਮੈਨੂੰ ਦੇਖ ਕੇ ਮਾਰਿਆ, ਉਹ ਗੱਲ ਹੋ ਗਈ ਹੈ। ਚਲੋ ਇਹ ਚੀਜ਼ ਮਤਲਬ ਫੈਸਲਾ ਹੋ ਜਾਣਾ, ਉਹਦੇ ਵਿੱਚ ਸਾਡੇ ਸਾਰੇ ਇੱਕੋ ਵਰਗੇ ਹੋ ਜਾਣਗੇ। ਪਰ ਸਾਨੂੰ ਇਹ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਹੈ ਕਿ ਕੱਲ ਨੂੰ ਦੇਣੇ ਆਣ। ਮੇਰੀ ਤਾਂ ਰਿਕਵੈਸਟ ਹੈ, ਐਨਾ ਹੀ ਕੋਈ ਹੋਰ ਨਹੀਂ ਹੈ, ਉਹਦੇ ਵਿੱਚ ਕੋਈ ਬਾਹਰ ਦੇ ਨਹੀਂ ਬੈਠੇ ਹੈ, ਤਾਂ ਸਾਡੇ ਬੱਚੇ ਸਾਡੇ ਭਰਾ ਕੋਈ ਹੈ। ਅਗਰ ਕਿਸੇ ਕੋਲ ਨੋਟਿਸ ਆਇਆ ਜਾ ਕੇ ਜਵਾਬ ਦੇ ਦੇਣ। ਪਰ ਜਾਨੀ ਜੀ ਬਹੁਤ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਨੇ, ਕਈ ਅਦਾਕਾਰ ਨੇ, ਕਈ ਪੱਤਰਕਾਰ ਨੇ, ਧਾਰਮਿਕ ਆਗੂ ਨੇ, ਬਹੁਤ ਗੰਭੀਰ ਧਾਰਾਵਾਂ ਨੇ। ਕਿਸੇ ਤੇ ਦੇਸ਼ਧਰੋਹ ਦੀ ਧਾਰਾ ਲਾਈ ਹੈ, ਕਿਸੇ ਤੇ ਵੰਡੀਆਂ ਪਾਉਣ ਦੀ ਧਾਰਾ ਲਾਈ ਗਈ ਹੈ, ਬਹੁਤ ਗੰਭੀਰ। ਯੂਪਾ ਜਿਹੇ ਤੁਸੀਂ ਕਾਨੂੰਨ ਸਮਝਦੇ ਹੋ ਕਿ ਕਿੰਨੇ ਗੰਭੀਰ ਨੇ? ਨਹੀਂ ਦੇਖੋ, ਲਾਈਏ ਤਾਂ ਜਾ ਕੇ ਦੇਖ ਲੈਣ, ਕੋਈ ਗੱਲ ਨਹੀਂ। ਫਿਰ ਕੇ ਤਫਸੀਲ ਨਹੀਂ ਹੁੰਦੀ, ਇਨਕੁਆਇਰੀ ਨਹੀਂ ਹੁੰਦੀ, ਸਾਰਾ ਕੁਝ ਹੁੰਦਾ ਹੈ। ਆਪਦੀ ਦਲੀਲ ਜਾ ਕੇ ਗੱਲ ਕੀਤੀ ਜਾ ਸਕਦੀ। ਸਾਡੇ ਕੋਲ ਵਕੀਲ ਹੈ ਕੀ ਨਹੀਂ ਹੈ, ਸਾਡੇ ਕੋਲ ਸਾਰਾ ਕੁਝ ਹੈ। ਪ੍ਰਜਾਤੰਤਰ ਦੇਸ਼ ਦੇ ਸਾਡਾ ਰਾਈਟ ਹੈ। ਜੇ ਅਗਰ ਕੋਈ ਆ ਵੀ ਜੇ, ਤੁਸੀਂ ਹਰੇਕ ਚੀਜ਼ ਨੂੰ ਕਿਸਾਨ ਅੰਦੋਲਨ ਨਾਲ ਨਹੀਂ ਜੋੜਨਾ ਚਾਹੀਦਾ। ਵਲਟੋਆ ਜੀ ਕਹਿੰਦੇ ਨੇ ਕਿਸਾਨ ਅੰਦੋਲਨ ਦੇ ਨਾਲ ਨਾ ਹਰ ਗੱਲ ਜੋੜੀ ਜਾਵੇ। ਬਾਕੀ ਕਹਿੰਦੇ ਨੇ ਕਿ ਜੋ ਤੁਹਾਡੇ ਸਵਾਲ ਨੇ ਉਹ ਮਨਾਂ ਦੇ ਵਿੱਚ ਫਰਕ ਪੈ ਗਿਆ ਤਾਂ ਅੱਜ ਇਸ ਤਰ੍ਹਾਂ ਦੇ ਹੋ ਗਏ ਨੇ। ਦੇਖੋ, ਮਨਾਂ ਦੇ ਨਾਲ ਮਨਾਂ ਦੇ ਵਿੱਚ ਕੋਈ ਫਰਕ ਨਹੀਂ। ਇੱਥੇ ਇਹਨਾਂ ਨੂੰ ਪਤਾ ਹੈ ਕਿ ਬਕਾਇਦਾ ਜਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਵੱਲੋਂ ਸੰਚਾਲਨ ਕੀਤਾ ਜਾ ਰਿਹਾ, ਜਿਨ੍ਹਾਂ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ, ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਕੇਵਲ ਤੇ ਕੇਵਲ ਜਿਹੜਾ ਕਿਸਾਨ ਅੰਦੋਲਨ ਹੈ ਕਿਸਾਨੀ ਮੁੱਦਿਆਂ ਦੇ ਨਾਲ ਸੰਬੰਧਿਤ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹੋਏ ਇਹ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਸੰਬੰਧੀ ਹੈ। ਵਾਰ-ਵਾਰ ਉਹਨਾਂ ਵੱਲੋਂ ਸਪਸ਼ਟ ਕੀਤਾ ਜਾਂਦਾ ਹੈ ਤੇ ਵਾਰ-ਵਾਰ ਜਿਸ ਤਰ੍ਹਾਂ ਦਾ ਨੈਸ਼ਨਲ ਮੀਡੀਆ ਦੇ ਵਿੱਚ ਕੇਂਦਰੀ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਇਹਨੂੰ ਖਾਲਿਸਤਾਨੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਰ-ਵਾਰ ਉੱਥੇ ਕਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀਆਂ ਫੋਟੋਆਂ ਦਿਖਾ ਕੇ ਹੋਰ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅੱਛਾ ਆ, ਜਿਹੜੀ ਸਰਕਾਰ ਦੀ ਨੀਅਤ ਆ ਉੱਥੇ ਸਾਰੀ ਜਿਹੜੀ ਹੈ ਸਪਸ਼ਟ ਹੋ ਜਾਂਦੀ ਹੈ, ਝਲਕਦੀ ਹੈ। ਤੇ ਇਹ ਜਿਹੜੇ ਸਾਰਾ ਕੁਝ ਕਰਨ ਦੇ ਬਾਵਜੂਦ ਜਦੋਂ ਕਿਸੇ ਵੀ ਤਰ੍ਹਾਂ ਦੀ ਇਸ ਕਿਸਾਨੀ ਸੰਘਰਸ਼ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਈ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਈ, ਤੇ ਫਿਰ ਹੁਣ ਜਿਹੜਾ ਆ ਇਹ ਜਿਹੜਾ ਸਭ ਤੋਂ ਭੈੜਾ ਰਸਤਾ ਆ ਉਹ ਕੇਂਦਰ ਸਰਕਾਰ ਨੇ ਇਖਤਿਆਰ ਕਰ ਲਿਆ ਕਿ NIA UAPA ਜਿਹੜਾ ਆ ਉਹਦੇ ਤੋਂ ਦਹਿਸ਼ਤ ਅੱਜ ਪੂਰੇ ਹਿੰਦੁਸਤਾਨ ਦੇ ਅੰਦਰ ਕਿ UAPA ਬੜਾ ਸਖਤ ਕਾਨੂੰਨ ਹੈ, ਸਖਤ ਧਾਰਾ ਆ, ਤੇ ਜੇ ਉਹਦੇ ਤਹਿਤ ਮੇਰੇ ਤੇ ਮੁਕੱਦਮਾ ਦਰਜ ਹੋ ਗਿਆ ਤੇ ਮੇਰੀ ਜ਼ਿੰਦਗੀ ਤਬਾਹ ਹੋ ਜਾਊਗੀ। ਪਰ ਇੱਥੇ ਜਦੋਂ ਇੱਜ਼ਤ ਦਾ ਸਵਾਲ ਆ ਜਾਂਦਾ ਆ, ਕੌਮ ਦਾ ਸਵਾਲ ਆ ਜਾਂਦਾ ਆ, ਆਪਦੇ ਲੋਕਾਂ ਦਾ ਸਵਾਲ ਆ ਜਾਂਦਾ ਆ, ਤੇ ਫਿਰ ਜ਼ਿੰਦਗੀਆਂ ਪਿੱਛੇ ਰਹਿ ਜਾਂਦੀਆਂ ਨੇ। ਇਹ ਜਿਹੜਾ ਹੈ ਕੇਂਦਰ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਅਜਿਹਾ ਰਸਤਾ ਨਾ ਅਖਤਿਆਰ ਕਰਨ। ਇਹਦੇ ਨਾਲ ਜਿਹੜੇ ਪੰਜਾਬ ਵਾਲੇ ਪੰਜਾਬੀ ਨੇ ਜਾਂ ਸਿੱਖ ਨੇ ਜਿਹੜੇ ਡਰਨ ਵਾਲੇ ਨਹੀਂ, ਇਹਨਾਂ ਦੇ ਜਿਹੜੇ ਜਾਇਜ਼ ਨੇ ਜੋ ਕੁਛ ਵੀ ਹੈ, ਇਹਨਾਂ ਦੀਆਂ ਮੰਗਾਂ ਜਾਇਜ਼ ਨੇ। ਇਹ ਜਿਸ ਗੱਲ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਬਿਲਕੁਲ ਜਾਇਜ਼ ਹੈ। ਉਹ ਸਵੀਕਾਰ ਕਰਕੇ ਔਰ ਇਹਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਣਾ ਚਾਹੀਦਾ ਹੈ, ਨਾ ਕਿ ਨਵੇਂ ਤੋਂ ਨਵਾਂ ਰਸਤਾ ਅਖਤਿਆਰ ਕਰਕੇ। ਵਿਰਸਾ ਸਿੰਘ ਵਲਟੋਆ ਜੀ ਬਣੇ ਰਹੋ ਤੁਸੀਂ ਸਾਡੇ ਨਾਲ। ਕਾਂਗਰਸੀ ਆਗੂ ਰਮਨ ਬਾਲਾ ਸੁਬਰਾਮਨਿਅਮ ਜੁੜ ਗਏ ਨੇ। ਤਾਂ ਰਮਨ ਜੀ, ਇੱਕ ਤੋਂ ਬਾਅਦ ਇੱਕ ਨੋਟਿਸ ਭੇਜੇ ਜਾ ਰਹੇ ਨੇ, ਕਿਸ ਤਰ੍ਹਾਂ ਇਸ ਕਾਰਵਾਈ ਨੂੰ ਦੇਖਦੇ ਹੋ? ਪਰ BJP ਕਹਿ ਰਹੀ ਹੈ ਕਿ ਇਸ ਨੂੰ ਕਿਸਾਨ ਅੰਦੋਲਨ ਦੇ ਨਾਲ ਨਾ ਜੋੜ ਕੇ ਦੇਖਿਆ ਜਾਵੇ। NIA ਇੱਕ ਇੰਡੀਪੈਂਡੈਂਟ ਏਜੰਸੀ ਹੈ। ਪਹਿਲੀ ਗੱਲ ਤਾਂ ਮੈਡਮ ਜਿਹੜਾ NIA ਦਾ ਮੈਂਡੇਟ ਹੈਗਾ ਵਾ, ਇਹ ਐਸੈਂਸ਼ੀਅਲੀ ਹੈਗੀ ਹੈ ਕਾਊਂਟਰ ਟੈਰਰਿਸਟ ਟਾਸਕ ਫੋਰਸ ਜੀ। ਮੇਰਾ ਇਹਦਾ ਪਹਿਲਾਂ ਇਹਨੂੰ ਕਿਉਂ ਔਰ ਕਦੋਂ ਔਰ ਕਿੱਥੇ ਯੂਜ਼ ਕੀਤਾ ਜਾਂਦਾ ਵਾ, ਇਹ ਕਾਊਂਟਰ ਐਂਟੀ ਟੈਰਰਿਸਟ ਟਾਸਕ ਫੋਰਸ ਹੈਗੀ ਹੈ। ਇਹ ਉਸੇ ਨੈਰੇਟਿਵ ਦਾ ਪਾਰਟ ਹੈਗਾ ਵਾ ਜਿਹੜਾ ਕਿ ਸ਼ੁਰੂ ਚ ਇਹਨਾਂ ਨੇ ਕਿਹਾ ਸੀਗਾ ਕਿ ਇਹ ਜੀ ਖਾਲਿਸਤਾਨੀ ਇੱਥੇ ਹੈਗੇ ਆ, ਇੱਥੇ ਅਰਬਨ ਨਕਸਲ ਹੈਗੇ ਆ, ਇੱਥੇ ਜੀ ਉਹ ਜਿਹੜੀ ਬ੍ਰਾਂਡਿੰਗ ਹੈਗੀ ਹੈ ਇਹ ਉਸ ਬ੍ਰਾਂਡਿੰਗ ਨੂੰ ਕੈਰੀ ਫਾਰਵਰਡ ਕਰਦੇ ਪਏ ਆ ਕਿ ਇਹਦੇ ਵਿੱਚ ਅਸੀਂ ਅਲਟੀਮੇਟਲੀ ਕੁਛ ਨਾ ਕੁਛ ਤਰੀਕੇ ਦੇ ਨਾਲ, ਚਾਹੇ ਫੋਰਨ ਫੰਡਿੰਗ ਦੇ ਥਰੂ, ਚਾਹੇ ਕੋਈ ਇਹੋ ਜਿਹਾ ਲੂਜ਼ ਲਿੰਕ ਲੱਭ ਲਈਏ ਜਿਹਨੂੰ ਅਸੀਂ ਮਿਸ ਇੰਟਰਪ੍ਰੇਟ ਕਰਕੇ ਸਾਰੀ ਦੀ ਸਾਰੀ ਜਿਹੜਾ ਇਹ ਅੰਦੋਲਨ ਹੈ, ਕ੍ਰਿਸ਼ੀ ਅੰਦੋਲਨ ਹੈ, ਇਸ ਨੂੰ ਬਦਨਾਮ ਕਰ ਦਿੱਤਾ ਜਾਵੇ। ਔਰ ਦੂਸਰੀ ਗੱਲ ਹੈ ਜਿਹੜੀ NIA ਹੈ, NIA ਨੂੰ ਬਿਲਕੁਲ ਵੀ ਕਿਸੇ ਵੀ ਸਟੇਟ ਤੋਂ ਕੋਈ ਵੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਟੂ ਐਕਟ। ਤੁਹਾਨੂੰ ਯਾਦ ਹੋਣਾ ਮੈਮ ਵੀ CBI ਦੀ ਜਿਹੜੀ ਹੁਣ ਇਨਵੈਸਟੀਗੇਸ਼ਨਸ ਹੈਗੀਆਂ ਸਾਰੀ ਕਈ ਸਟੇਟਸ ਨੇ ਇੰਕਲੂਡਿੰਗ ਪੰਜਾਬ ਨੇ ਕਹਿਤਾ ਵਾ ਵੀ ਸਾਡੇ ਤੋਂ ਪਰਮਿਸ਼ਨ ਲੈਣ ਤੋਂ ਬਾਅਦ ਹੀ ਤੁਸੀਂ ਇਹਦੇ ਤੇ ਆਓਗੇ। ਸੋ ਦੇਖੋ, ਮੈਂ ਇਹ ਹੁਣ ਗੱਲਾਂ ਬੜੀਆਂ ਸਪਸ਼ਟ ਹੋ ਜਾਂਦੀਆਂ ਵਾ ਕਿ ਵੀ BJP ਕਿਸ ਪ੍ਰਕਿਰਤੀ
ਰਾਜਨੀਤੀ ਦੀ ਪ੍ਰਵਿਰਤੀ ਕੀ ਹੈਗੀ ਹੈ। ਇਹ ਹੌਲੀ ਹੌਲੀ ਜਿਹੜੀ ਫੈਡਰਲ ਸਿਸਟਮ ਆਫ ਥਿੰਗਸ, ਕਨਸਟੀਟਿਊਸ਼ਨਲ ਸਕੀਮ ਆਫ ਥਿੰਗਸ ਹੈਗੀ ਆ, ਉਸ ਨੂੰ ਇਹ ਵੀਕਨ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਚਾਹੇ ਇਹ ਹੁਣ ਐਕਟ ਹੈਗਾ ਵਾ ਫਾਰਮ ਐਕਟ, ਜਿਹੜਾ ਕਿ ਬੇਸਿਕਲੀ ਬਾਈਪਾਸ ਕੀਤਾ ਗਿਆ ਵਾ, ਸਟੇਟ ਲਿਸਟ ਦਾ ਜਿਹੜਾ ਮੇਜਰ ਕੰਪੋਨੈਂਟ ਹੈ ਉਸ ਤੇ ਇਹਨਾਂ ਨੇ ਐਨੈਕਟਮੈਂਟ ਕਰਕੇ ਇਹਦੇ ਵਿੱਚ ਆਪਣਾ ਆਪਣਾ ਦਖਲ ਜਿਹੜਾ ਵਾ ਵਧਾਇਆ ਵਾ। ਉਸੇ ਤਰ੍ਹਾਂ NIA ਹੁਣ ਇਹਦਾ ਹੁਣ ਗੰਭੀਰ ਸਿੱਟਾ ਹੋਰ ਨਿਕਲੇਗਾ। ਇਹਦਾ ਇਹ ਵਾ ਵੀ ਬਲਦੀ ਅੱਗ ਦੇ ਵਿੱਚ ਭਾਂਬੜ ਹੋਰ ਮਚਣਗੇ। ਹੁਣ ਇਹਨਾਂ ਨੇ ਲੋਕਾਂ ਨੂੰ ਹੋਰ ਮਤਲਬ ਜਿਹਨੂੰ ਕਹੀਏ ਕਿ ਜਿਸ ਤਰ੍ਹਾਂ ਗਿਆਨੀ ਸਾਹਿਬ ਹੁਣੇ ਕਹਿ ਰਹੇ ਸੀ ਜੀ ਇਹਦੇ ਚ ਕੀ ਫਰਕ ਪੈਂਦਾ ਵਾ, ਜਾ ਕੇ ਇਨਵੈਸਟੀਗੇਸ਼ਨ ਐਡ ਕਰ ਲੋ, ਇਹਦੇ ਚ ਕੀ ਫਰਕ ਪੈਂਦਾ। ਫਿਰ ਤੁਸੀਂ ਵੀ ਜੇ ਫਰਕ ਨਹੀਂ ਪੈਂਦਾ ਤੁਸੀਂ ਇੰਨੀਆਂ ਸਿਕਿਉਰਿਟੀ ਨਾਲ ਘੁੰਮਣੇ ਬੰਦ ਕਰ ਦਿਓ, ਕਿਉਂਕਿ ਤੁਸੀਂ ਤਾਂ ਬਿਲਕੁਲ ਨਾਰਮਲ ਕੰਮ ਕਰਦੇ ਪਏ ਹੋ। ਕਿਉਂ ਹਰ ਜਗ੍ਹਾ ਤੁਸੀਂ ਲੋਕਾਂ ਦੇ ਨਾਲ ਜਿਹੜਾ ਵਾ ਵਿੱਚ ਪੁਲਿਸ ਨੂੰ ਵਿੱਚ ਤੁਸੀਂ ਆਪਣਾ ਰੜਕਦੇ ਪਏ ਹੈਗੇ ਹੋ। ਤੁਸੀਂ ਕਿਉਂ ਲੋਕਾਂ ਫਿਰ ਆਮ ਲੋਕਾਂ ਨੂੰ ਤੁਸੀਂ ਆਮਵੰਦ ਜੇ ਤੁਸੀਂ ਬਿਲਕੁਲ ਠੀਕ ਕੰਮ ਕਰ ਰਹੇ ਹੋ। ਰਮਨ ਜੀ ਜਵਾਬ ਲੈ ਲੈਣੇ ਤੇ ਜਾਨੀ ਜੀ ਕੀ ਕਹਿਣਾ ਚਾਹੋਗੇ ਰਮਨ ਜੀ ਦੇ ਵੱਲੋਂ ਜੋ ਪ੍ਰਤੀਕਿਰਿਆ ਦਿੱਤੀ ਗਈ ਹੈ? ਦੇਖੋ ਗੱਲ ਸੁਣੋ, ਇਹ ਹੈ ਰਾਜਨੀਤੀ ਪਾਰਟੀਆਂ। ਅਸੀਂ ਇਹਨਾਂ ਨੂੰ ਨਹੀਂ ਸਰਾਂਦੇ, ਕੋਈ ਕੰਮ ਜੇ ਚੰਗਾ ਕਰਨ ਤਾਂ ਵੀ ਅਸੀਂ ਨਹੀਂ ਸਰਾਂਦੇ, ਇਹ ਸਾਨੂੰ ਨਹੀਂ ਸਰਾਂਦੇ। ਇਹ ਸਾਡੇ ਹੈ ਵੋਟਾਂ ਦਾ ਮਸਲਾ। ਅਗਰ ਅਸੀਂ ਇੱਕ ਦੂਸਰੇ ਦੀ ਪ੍ਰਸ਼ੰਸਾ ਕਰਨ ਲੱਗ ਜਾਈਏ ਤਾਂ ਸਾਡੀ ਤਾਂ ਪਾਰਟੀਆਂ ਦੀ ਵੈਲਿਊ ਦੇ ਘਟ ਜੇ। ਤੇ ਇਹਨਾਂ ਨੇ ਕਦੇ ਨਹੀਂ BJP ਨੂੰ ਅੱਛਾ ਕਹਿਣਾ। ਪਰ ਬਲਟੋਆ ਸਾਹਿਬ ਨੂੰ ਮੈਂ ਪੁੱਛਦਾ ਕਿ 4 ਮਹੀਨੇ ਪਹਿਲਾਂ ਤਾਂ ਮੋਦੀ ਸਾਹਿਬ ਸੋਨੇ ਦੇ ਧੋਤੇ ਸੀਗੇ ਤੇ ਆਪਾਂ ਸਟੇਜਾਂ ਤੇ ਗੋਗੇ ਵੀ ਗਾਉਂਦੇ ਸੀ ਤੇ ਸਾਰੀ ਪ੍ਰਸ਼ੰਸਾ ਕਰਦੇ ਸੀ। ਅਜੇ ਬੰਦੇ ਹੀ ਨਹੀਂ ਹੈ ਤੇ ਅੱਜ 4 ਮਹੀਨੇ ਚ ਇੰਨਾ ਕੀ ਮਾੜਾ ਹੋ ਗਿਆ ਕਿ ਜਿਹੜਾ ਅਸੀਂ ਪਾਣੀ ਪੀ ਕੇ ਕੋਸਟਿਆਂ ਤੇ ਗਾਲਾਂ ਕੱਢਦੇ ਆ। ਇਹ ਗੱਲਾਂ ਠੀਕ ਹੈ, ਰਾਜਨੀਤੀ ਇਹ ਅੱਡ ਹੋ ਕੇ ਪ੍ਰਸ਼ੰਸਾ ਕਰਨ ਤਾਂ ਇਹਨਾਂ ਦੀ ਦੁਕਾਨ ਬੰਦ ਹੁੰਦੀ ਹੈ। ਕਾਂਗਰਸ ਦੀ ਅਗਰ ਸਾਡੀ ਪ੍ਰਸ਼ੰਸਾ ਕਰੇ ਤਾਂ ਇਹਨਾਂ ਦੀ ਦੁਕਾਨ ਪਏ। ਦੁਕਾਨਾਂ ਦਾ ਮਸਲਾ ਸਾਡਾ ਭਾਰਤੀ ਜਨਤਾ ਭਾਵੇਂ ਮੈਂ ਆਵਾਂ ਭਾਵੇਂ ਹੋਣ ਸਾਰੇ ਗੱਲੇ ਹੈ। ਪਰ ਕੀ ਹੈ ਕਿ ਇਹਨਾਂ ਦੇ ਇੱਕ ਦੂਸਰੇ ਤੇ ਅਸੀਂ ਤਾਂ ਲਸਣ ਲਾਣਾ ਹੀ ਲਾਣੇ ਹੁੰਦੇ। ਅਸੀਂ ਵੀ ਲਾਉਂਦੇ ਰਹੇ ਆ, ਇਹ ਵੀ ਲਾਣੇ ਆ। ਕੋਈ ਐਡੀ ਆਪਾਂ ਇਸ ਗੱਲ ਨੂੰ ਮਤਲਬ ਆਪਾਂ ਗੱਲ ਨੂੰ ਮੰਨਦੇ ਆ। ਪਰ ਗੱਲ ਕੀ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਾਫ਼ ਸੁਥਰੀ ਨੀਤੀ ਹੈ। ਕੋਈ ਐਸੀ ਗੱਲ ਨਹੀਂ ਹੈ। ਜੋ ਮੋਦੀ ਸਾਹਿਬ ਨੇ ਵਾਅਦੇ ਕੀਤੇ ਸੀ ਉਸ ਵਾਅਦੇ ਨਾਲ ਤੁਸੀਂ ਇਹ ਵੀ ਦੱਸ ਦੇਣ ਕਿ ਅਗਰ ਉਹੀ ਟ੍ਰੈਪਸ ਠੀਕ ਹੈ 70 ਸਾਲ ਪਹਿਲੇ ਚੱਲਦਾ ਸੀ ਜਾਂ ਹੁਣ ਚੇਂਜਿੰਗ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਹੈ। ਉਹਦੇ ਵਾਸਤੇ ਕਹਿਤਾ ਉਹਨਾਂ ਨੇ ਵੀ ਤੁਸੀਂ ਚਲੋ ਕਾਨੂੰਨ ਹੈ ਇਹਦੇ ਵਿੱਚ ਜੋ ਕੁਝ ਸੋਧ ਅੱਛਾ ਮਾਡਲ ਕਿਸਾਨਾਂ ਵਾਸਤੇ ਪਾ ਲਓ। ਮੈਂ ਤਾਂ ਵਿਚਰੇ ਹੈਗਾ ਤਾਂ ਇਹਨਾਂ ਦਾ ਸਾਡੀ ਡਿਸਕਸ਼ਨ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਅਸੀਂ ਤਾਂ ਆਪਣੀ ਰਾਗ ਆਪਣੀ ਡਫਲੀ ਵਜਾਣੀ ਹੈ। ਬਲਟੋਆ ਨੇ ਵਜਾਣੀ ਹੈ, ਮੈਂ ਵੀ ਵਜਾਣੀ ਹੈ ਤੇ ਕਾਂਗਰਸ ਵਾਲਿਆਂ ਨੇ ਵਜਾਣੀ ਹੈ। ਤਾਂ ਮੈਡਮ ਸਾਡੀ ਡਿਸਕਸ਼ਨ ਕਰਾਉਣ ਦਾ ਫਾਇਦਾ ਹੀ ਨਹੀਂ ਹੈ। ਬੁੱਧੀਜੀਵੀਆਂ ਦਾ ਕਰਾਇਆ ਕਰੋ ਤਾਂ ਕੋਈ ਸਾਰ ਨਿਕਲੇ। ਸਾਡੀ ਗੱਲਾਂ ਦੇ ਸਾਰ ਤਾਂ ਨਿਕਲਣਾ ਨਹੀਂ ਕੋਈ। ਅਸੀਂ ਤਾਂ ਉਲਟੀ ਕੋਈ ਐਸੀ ਹੋਰ ਗੱਲ ਛੱਡ ਜਾਾਂਗੇ ਜਿਹਦਾ ਬਾਤ ਗੱਲ ਦਾ ਗਲੋੜ ਬਣ ਜੂਗਾ। ਤਾਂ BJP ਕਹਿ ਰਹੀ ਹੈ ਕਿ ਸਿਰਫ ਸਿਆਸੀ ਵਿਰੋਧ ਹੈ, ਇਸ ਦੇ ਵਿੱਚੋਂ ਕੁਝ ਨਹੀਂ ਨਿਕਲੇਗਾ। ਸਾਡਾ ਤਾਂ ਕੰਮ ਹੈ ਅਸੀਂ ਇੱਕ ਦੂਜੇ ਦਾ ਵਿਰੋਧ ਹੀ ਕਰਨਾ ਹੈ। ਪਰ ਜੋ ਵਿਰੋਧੀ ਪਾਰਟੀਆਂ ਨੇ ਉਹ ਵੀ ਕਿਸਾਨ ਹਿਤੈਸ਼ੀ ਹੋ ਕੇ ਨਹੀਂ ਗੱਲ ਕਰ ਰਹੀਆਂ, ਬਲਕਿ ਉਹ ਵੀ ਸਿਰਫ ਇੱਕ ਸਿਆਸੀ ਪਾਰਟੀ ਦੇ ਤੌਰ ਤੇ ਜੋ ਇੱਕ ਰੀਤ ਹੁੰਦੀ ਹੈ ਕਿ ਵਿਰੋਧ ਕਰਨਾ ਹੈ। ਵਲਟੋਆ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਗਿਆਨੀ ਸਾਹਿਬ ਨੂੰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਨਿਟ ਨੂੰ ਇਹੀ ਬੇਨਤੀ ਹੈ ਕਿ ਪੰਜਾਬ ਦੇ ਪੁੱਤ ਜੀ ਔਰ ਪੰਜਾਬ ਦੇ ਕਿਸਾਨ ਦੇ ਨਾਲ ਤੁਸੀਂ ਜੁੜੇ ਹੋਏ ਜੀ। ਆਪਾਂ ਸਾਰੇ ਰੋਟੀ ਖਾਂਦੇ ਆ ਔਰ ਗਿਆਨੀ ਸਾਹਿਬ ਤੇ ਉਹ ਇਨਸਾਨ ਨੇ ਜਿਨ੍ਹਾਂ ਨੇ ਸ਼ੁਰੂ ਚ ਜਦੋਂ ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਕਮੇਟੀ ਦਾ ਉਸ ਸਮੇਂ ਇਹਨਾਂ ਨੇ ਜਿਹੜੇ ਇਹ ਕਾਲੇ ਕਾਨੂੰਨ ਸੀ ਉਹਨਾਂ ਦੇ ਵਿਰੋਧ ਚ ਗੱਲ ਕੀਤੀ ਸੀ, ਕਿਸਾਨ ਪੱਖੀ ਗੱਲ ਕੀਤੀ ਸੀ ਔਰ ਕੇਂਦਰ ਸਰਕਾਰ ਨੂੰ ਵੀ ਕਿਹਾ ਸੀ ਕਿ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਮੈਂ ਵੀ ਮਹਿਸੂਸ ਕਰਦਾ ਹਾਂ ਕਿ ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਵਾਸਤੇ ਮਾੜੇ ਨੇ। ਅੱਜ ਕਿਹੜੀ ਮੂੜੀ ਚੜ ਗਈ, ਅੱਜ ਕਿਹੜਾ ਦਬਾਅ ਪੈ ਗਿਆ ਜੈਨੀ ਸਾਹਿਬ? ਤਾਂ ਦਬਾਅ ਤੇ ਪਿਆ ਤੁਹਾਡੇ ਤੇ ਮੋਦੀ ਸਾਹਿਬ ਦਾ। ਜਿਸ ਦਿਨ ਤੇ ਮੋਦੀ ਸਾਹਿਬ ਦੇ ਦਰਸ਼ਨ ਕਰਕੇ ਆਏ ਜੇ ਉਦੋਂ ਦੀ ਤੁਹਾਡੀ ਭਾਸ਼ਾ ਹੀ ਬਦਲ ਗਈ ਹੈ। ਮੇਰੀ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਜੈਨੀ ਸਾਹਿਬ। ਮੈਂ ਤੁਹਾਡਾ ਤੁਸੀਂ ਬੜੇ ਨੇਕ ਇਨਸਾਨ ਜੇ, ਪਰ ਤੁਹਾਡੀ ਭਾਸ਼ਾ ਜਿਹੜੀ ਬਦਲੀ ਆ ਜਿਸ ਦਿਨ ਤੁਸੀਂ ਮੋਦੀ ਸਾਹਿਬ ਦੇ ਦਰਸ਼ਨ ਕਰਕੇ ਆਏ ਜੇ, ਜਿਸ ਦਿਨ ਤੇ ਉਹਨਾਂ ਦੇ ਚਰਨੀ ਹੱਥ ਲਾ ਕੇ ਆਏ ਜੇ, ਉਦੋਂ ਬਾਅਦ ਹੀ ਭਾਸ਼ਾ ਕਿਉਂ ਬਦਲੀ ਹੈ? ਇਹਦਾ ਮਤਲਬ ਹੈ ਕਿ ਮੋਦੀ ਸਾਹਿਬ ਨਹੀਂ ਚਾਹੁੰਦੇ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇ। ਮੋਦੀ ਸਾਹਿਬ ਨਹੀਂ ਚਾਹੁੰਦੇ ਕਿ ਜਿਹੜੇ ਕਾਲੇ ਕਾਨੂੰਨ ਵਾਪਸ ਹੋਣ। ਔਰ ਮੋਦੀ ਸਾਹਿਬ ਜਿਹੜਾ ਆ ਜਿਸ ਤਰ੍ਹਾਂ ਉਹਨਾਂ ਨੇ ਪਹਿਲੋਂ ਫੈਸਲੇ ਲਏ ਤੇ ਉਹਦੇ ਤੇ ਅੜਿੱਗ ਰਹੇ ਨੇ, ਉਹ ਕਿਸੇ ਤਰ੍ਹਾਂ ਦੇ ਉਹਨਾਂ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਹੁਣ ਜਿਹੜਾ ਹਰਬਾ ਵਰਤ ਕੇ ਹੁਣ NIA ਵਰਤ ਕੇ ਤੇ ਇੱਕ ਦਹਿਸ਼ਤ ਪਾ ਕੇ ਇਸ ਪਾਸੇ ਤੁਰਨਾ ਚਾਹੁੰਦੇ। ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ। ਮੇਰੀ ਤੁਹਾਨੂੰ ਵੀ ਬੇਨਤੀ ਹੈ ਕਿ ਪੰਜਾਬ ਯੂਨਿਟ ਵਾਲੇ ਘੱਟੋ ਘੱਟ ਪੰਜਾਬੀ ਅਣਖੀ ਹੁੰਦੇ ਆ। ਜੇ ਅਸੀਂ ਤੇ ਭਾਰਤੀ ਜਨਤਾ ਪਾਰਟੀ ਨੇ ਸਾਂਝ ਕਰਕੇ ਅਸੀਂ ਥੋੜੀ ਬਹੁਤੀ ਗਲਤੀ ਕਰਕੇ ਮੰਨ ਲਿਆ ਗਲਤੀ ਹੋ ਗਈ ਸਾਡੇ ਕੋਲੋਂ, ਗਲਤੀ ਤੁਸੀਂ ਕਰਵਾਈ ਤੇ ਜਦੋਂ ਸਾਨੂੰ ਪਤਾ ਲੱਗੇ ਕਿ ਕਾਨੂੰਨ ਮਾਰੇ ਨੇ ਅਸੀਂ ਡਟ ਕੇ ਵਿਰੋਧ ਕੀਤਾ। ਤੁਹਾਡੀ ਮਿਨਿਸਟਰੀ ਛੱਡੀ, ਤੁਹਾਡਾ ਮੰਤਰੀ ਪਦ ਛੱਡਿਆ, ਤੁਹਾਡਾ ਗੱਠਜੋੜ ਛੱਡਿਆ,
ਤੁਹਾਡੇ ਵਿਰੋਧ 'ਚ ਖੜੋਤੇ ਹੈ। ਤੇ ਤੁਸੀਂ ਵੀ ਅੱਜ ਜਿਹੜਾ ਘੱਟੋ ਘੱਟ ਜਿਹੜੀ ਆ ਉੱਥੇ ਬੇਨਤੀ ਰੂਪ 'ਚ ਕਹਿ ਦਿਓ ਮੋਦੀ ਸਾਹਿਬ, ਦੇਸ਼ ਦਾ ਭਲਾ ਇਸੇ ਜੇ, ਦੇਸ਼ ਦੀ ਕਿਸਾਨੀ ਦਾ ਭਲਾ ਇਸੇ ਜੇ, ਕਿਸਾਨਾਂ ਦੀ ਮੰਨ ਲਓ ਅੱਜ ਕਿਸਾਨ ਸੰਘਰਸ਼ ਦੇ ਰਾਹ ਤੇ ਹੈ, ਜਿਸ ਤਰੀਕੇ ਨਾਲ ਸੰਘਰਸ਼ ਕਰ ਰਿਹਾ ਹੈ, ਦੁਨੀਆ ਦਾ ਸਭ ਤੋਂ ਇਤਿਹਾਸਕ ਅੰਦੋਲਨ ਜਿਹੜਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ, ਅੱਜ ਉਹਦੇ 'ਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਨਾ ਕਰੋ, ਡਰਾਉਣ ਦੀ ਕੋਸ਼ਿਸ਼ ਨਾ ਕਰੋ। ਜਦੋਂ ਤੁਸੀਂ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕੇਂਦਰੀ ਸਰਕਾਰਾਂ ਨੇ, ਜਾਂ ਕਾਂਗਰਸ ਸਰਕਾਰ ਰਹੀ ਹੈ, ਚਾਹੇ ਇੰਦਰਾ ਗਾਂਧੀ ਰਹੀ ਹੈ, ਚਾਹੇ ਰਾਜੀਵ ਗਾਂਧੀ ਰਹੀ ਹੈ, ਚਾਹੇ ਕੋਈ ਰਿਹਾ, ਉਦੋਂ ਪੰਜਾਬੀ ਨਹੀਂ ਹੋਏ ਨਹੀਂ, ਅਣਖ ਦੇ ਨਾਲ ਸਿਰ ਉੱਚਾ ਚੁੱਕ ਕੇ ਹੋਰ ਤੇਜ਼ੀ ਦੇ ਨਾਲ ਅੱਗੇ ਵਧੇ ਨੇ। ਇਹਨਾਂ ਗੱਲਾਂ ਦੇ ਨਾਲ ਪੰਜਾਬੀ ਡਰਨ ਵਾਲੇ ਨਹੀਂ, ਸਿੱਖ ਡਰਨ ਵਾਲੇ ਨਹੀਂ। ਨਾ ਡਰਾਓ, ਨਾ ਇਹ ਰਸਤੇ ਅਪਣਾਓ, ਔਰ ਇਹਨਾਂ ਨੂੰ ਗੱਲ ਦੇ ਨਾਲ ਲਾਓ ਤਾਂ ਕਿ ਜਿਹੜੇ ਆ ਦੇਸ਼ ਵੀ ਇਹ ਸਾਡਾ ਜਿਹੜਾ ਆ ਉਹਦੇ ਇਹ ਪੰਜਾਬ ਵਾਲੇ ਸਾਰੇ ਜਿਹੜੇ ਆ ਸੋਲੇ ਗਾਉਣ, ਸਰਕਾਰ ਦੇ ਵੀ ਸੋਲੇ ਗਾਉਣ, ਮੋਦੀ ਸਾਹਿਬ ਦੇ ਵੀ ਸੋਲੇ ਗਾਉਣ। ਅਮਰਿਤ ਜੀ ਮੇਰੀ ਵੀ ਗੱਲ ਸੁਣ ਲਓ ਜੀ ਜੀ ਜੀ। ਜੋ ਬਲਟੂਆ ਸਾਹਿਬ ਕਹਿ ਰਹੇ ਨੇ, ਮੈਂ ਨਹੀਂ ਕਿਹਾ ਕਿ ਬਿੱਲ ਕਾਨੂੰਨ ਮਾੜਾ ਹੈ, ਮੈਂ ਕਿਹਾ ਵੀ ਕਿਸਾਨਾਂ ਦੀ ਗੱਲ ਪਹਿਲਾਂ ਸ਼ੁਰੂਆਤ ਦੇ ਵਿੱਚ ਜਾਨੀ ਜੀ ਇਹ ਬਿਆਨ ਤਾਂ ਤੁਹਾਡੇ ਆਂਦੇ ਸੀਗੇ ਕਿ ਚਲੋ ਕਿਸੇ ਚੀਜ਼ ਦੇ ਵਿੱਚ ਕੋਈ ਖਾਮੀਆਂ ਹੋ ਸਕਦੀਆਂ ਨੇ, ਉਹਨੇ ਖਾਮੀਆਂ ਨੂੰ ਅਸੀਂ ਸੁਧਾਰ ਲਵਾਂਗੇ, ਪਰ ਹੁਣ ਤੁਸੀਂ ਕਹਿੰਦੇ ਹੋ ਕਿ ਕਿਸੇ ਤਰ੍ਹਾਂ ਦੀ ਕੋਈ ਖਾਮੀ ਹੈ ਹੀ ਨਹੀਂ, ਅਸੀਂ ਸਿਰੇ ਤੋਂ ਅਮਰਤ ਮੇਰੀ ਦੇਖੋ ਬਿਆਨ ਔਨ ਰਿਕਾਰਡ ਹੁੰਦੇ ਆ ਜੀ। ਆ ਤਾਂ ਨਹੀਂ ਮੈਂ ਖੇਤ 'ਚ ਖੜ ਕੇ ਗੱਲ ਕਹੀ ਹੈ, ਤਾਂ ਔਨ ਮੀਡੀਆ 'ਚ ਕਹੀ ਹੈ ਨਾ ਜੀ। ਇੱਕ ਚੀਜ਼ ਸਾਡੀ ਅੱਜ ਤੁਸੀਂ ਭਾਵੇਂ 10 ਸਾਲ ਪਹਿਲਾਂ ਦਾ ਮੇਰਾ ਰਿਕਾਰਡ ਕੱਢ ਲਓ, ਕਿਸੇ ਦਾ ਕੱਢ ਲਓ ਜੀ, ਉਹ ਮੈਂ ਬਿੱਲ ਜਿਹੜਾ ਕਾਨੂੰਨ ਆਇਆ ਹੈ, ਮੈਂ ਇਹ ਨਹੀਂ ਕਿਹਾ ਕਾਨੂੰਨ ਮਾੜਾ, ਮੈਂ ਕਿਹਾ ਵੀ ਆਪਾਂ ਜੇ ਕੁਲਫੀ ਬਣਾਈ ਹੈ, ਆਪਾਂ ਕਹਿੰਦੇ ਖਾਓ, ਉਹ ਕਹਿੰਦੇ ਕਿਸੇ ਨੇ ਸ਼ੱਕ ਪਾਤਾ ਜ਼ਹਿਰ ਹੈ, ਤਾਂ ਵੀ ਪਹਿਲਾਂ ਆਪਾਂ ਆਪ ਖਾ ਕੇ ਦੇਖੀਏ ਵੀ ਆ ਖਾ ਲਈ ਜੀ, ਹੁਣ ਤੁਸੀਂ ਖਾ ਲਓ। ਮੈਂ ਕਿਹਾ ਕਿਸਾਨਾਂ ਨੂੰ ਤਸੱਲੀ ਕਰਾਉਣਾ ਸਾਡਾ ਫਰਜ਼ ਹੈ, ਕਿਉਂਕਿ ਫਰਜ਼ ਸਾਡਾ ਹੀ ਹੈ, ਸਰਕਾਰ ਸੈਂਟਰ 'ਚ ਹੈ, ਜੇ ਜਵਾਬਦੇਹੀ ਤਾਂ ਸਾਰੀ ਦੀ ਸਾਰੀ ਸਰਕਾਰ ਦੀ ਹੈ, ਕਿਸੇ ਹੋਰ ਦੀ ਤਾਂ ਹੈ ਨਹੀਂ। ਤਾਂ ਇਸ ਕਰਕੇ ਸਾਨੂੰ ਸਮਝਾਉਣਾ ਚਾਹੀਦਾ ਹੈ ਔਰ ਕਿਸਾਨ ਦਾ ਭਲਾ ਕਰਨਾ ਚਾਹੀਦਾ ਹੈ। ਇਹਦੇ ਵਾਸਤੇ ਜਿਹੜੇ ਕਹਿ ਰਹੇ ਨੇ ਬਲਟੋਆ ਸਾਹਿਬ ਵੀ ਮੋਦੀ ਸਾਹਿਬ ਦੇ ਜਾਣ ਦੇ ਬਾਅਦ, ਮੇਰੀ ਕਿੱਥੇ ਆਵਾਜ਼ 'ਚ ਨਹੀਂ ਫਰਕ ਪੈਂਦਾ, ਮੈਂ ਤਾਂ ਉਸੇ ਸਟੈਂਡ ਤੇ ਹਾਂ ਜਿਸੇ ਸਟੈਂਡ ਤੇ ਹੈਗਾ। ਮੈਂ ਤਾਂ ਰਾਜੇਵਾਲ ਨੂੰ ਕਹਿਤਾ, ਸਾਰਿਆਂ ਨੂੰ ਕਹਿਤਾ, ਬਲਟੋਆ ਸਾਹਿਬ ਨੂੰ ਵੀ ਕਹਿਣਾ ਵੀ ਮੈਂ ਤੁਹਾਡੇ ਕੋਲ ਆ ਜਾਣਾ, ਤੁਸੀਂ ਕਾਲਾ ਕਾਨੂੰਨ ਕਹਿੰਦੇ ਹੋ, ਮੈਨੂੰ ਸਮਝਾ ਦਿਓ ਵੀ ਇਹ ਕਾਲਾ ਕਾਨੂੰਨ ਹੈ, ਇਹਦੇ ਵਿੱਚ ਕਿਸਾਨ ਦਾ ਨੁਕਸਾਨ ਹੈ। ਸਟੈਂਡ ਸਪਸ਼ਟ ਕਰ ਦਿਓ ਕਿ ਮੰਨਦੇ ਹੋ ਕਿ ਕੋਈ ਇੱਕ ਅੱਧੀ ਖਾਮੀ ਹੈ ਜਾਂ ਬਿਲਕੁਲ ਸਿਰੇ ਤੋਂ ਕਹਿੰਦੇ ਹੋ ਕਿ ਕੋਈ ਖਾਮੀ ਨਹੀਂ ਹੈ। ਅਮਰਤ ਮੇਰੀ ਗੱਲ ਸੁਣ ਲਓ ਜੀ ਜੀ। ਅਸੀਂ ਤਾਂ ਬੰਬੜ ਬੁੱਸੇ ਪਏ ਹੋਏ ਆ, ਸਾਨੂੰ ਤਾਂ ਜੇ ਸਮਝ ਨਹੀਂ ਆ ਰਹੀ ਕਾਲਾ ਕਾਨੂੰਨ। ਅਸੀਂ ਦੇਖਦੇ ਤਾਂ ਚਿੱਟਾ ਹੈਗਾ, ਕਿਉਂ ਚਿੱਟਾ ਹੈ ਕਿ ਸਾਨੂੰ ਕਿਸੇ ਤਰ੍ਹਾਂ ਦਾ ਬੈਨ ਉਹਦੇ ਪ੍ਰਤੀਬੰਧਤਾ ਹੈ ਨਹੀਂ ਵੀ ਆਈ ਕਰਨਾ। ਮੈਂ ਰਾਜੇਵਾਲ ਨੂੰ ਕਿਹਾ ਸੀ, ਡਾਕਟਰ ਦਰਸ਼ਨਪਾਲ ਨੂੰ ਵੀ ਕਿਹਾ ਸੀ, ਬੂਟਾ ਸਿੰਘ ਨੂੰ ਵੀ ਕਿਹਾ ਸੀ, ਯਾਰ ਮੈਨੂੰ ਸਮਝਾਓ, ਮੈਂ ਤੁਹਾਡੇ ਨਾਲ ਰਲ ਜਾਣਾ, ਮੈਨੂੰ ਕੀ ਰਾਜਨੀਤੀ ਕਰਨੀ ਕੋਈ ਜ਼ਰੂਰੀ ਨਹੀਂ ਹੈ, ਮੈਂ ਕਿਸਾਨ ਹਾਂ, ਮੈਂ ਮਤਲਬ ਕਿਸੇ ਦੇ ਪਿੱਛੇ ਲੱਗੂ ਬੰਦਾ ਨਹੀਂ ਆ ਮੈਂ। ਨਹੀਂ ਤੁਹਾਡੀ ਗੱਲ ਪੂਰੀ ਹੋ ਗਈ, ਤੁਸੀਂ ਆਪਣਾ ਸਪਸ਼ਟੀਕਰਨ ਦੇ ਦਿਓ ਨਾ। ਤੁਸੀਂ ਕੀ ਅੱਜ ਇਹੀ ਗੱਲ ਕਹਿੰਦੇ ਹੋ ਕਿ ਬਿਲਕੁਲ ਵੀ ਕੋਈ ਖਾਮੀ ਨਹੀਂ ਹੈ, 100% ਕਾਨੂੰਨ ਸਹੀ ਨੇ, ਜਾਂ ਇਹ ਮੰਨਦੇ ਹੋ ਕਿ ਚਲੋ ਕੋਈ 19 ਕੀ ਜਾਂ ਕੋਈ ਥੋੜੀ ਬਹੁਤ ਖਾਮੀ ਹੋ ਸਕਦੀ ਹੈ? ਉਹ ਅਮਰਤ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ, ਬੰਬਲ ਬੂਸਾ ਕਹਿ ਰਿਹਾ ਮੈਂ ਤਾਂ, ਮੈਨੂੰ ਸਮਝਾਣ ਤਾਂ ਸਹੀ ਹੈ। ਐਸੇ ਕਰਕੇ ਉਹ ਲੱਖੋਵਾਲ ਸਾਹ ਮੇਰੀ ਲੜਾਈ ਹੋ ਗਈ, ਉਹ ਕਹਿੰਦਾ ਤੂੰ ਪਿੰਡ 'ਚ ਜਾ, ਤੈਨੂੰ ਲੋਕ ਸਮਝਾ ਦੇਣਗੇ। ਲੱਖੋ ਗੱਲ ਥੋੜੀ ਹੋਈ ਆ ਕਹਿਣ ਦੀ। ਮੈਂ ਕਿਹਾ ਮੈਂ ਤੈਨੂੰ ਕਹਿੰਦਾ ਤੂੰ ਸਮਝਾ ਦੇ, ਸਿਆਣਾ ਹੈ, ਤੇਰੇ ਬਾਪੂ ਨੇ ਇੰਨੇ ਲੰਬੀ ਰਾਜਨੀਤੀ ਕਿਸਾਨਾਂ ਵਿੱਚ ਕੀਤੀ ਹੈ, ਤੂੰ ਕਰੇ, ਤੂੰ ਸਮਝਾ ਦੇ ਮੈਨੂੰ। ਸਮਝਾ ਤਾਂ ਦਿਓ ਘੱਟੋ ਘੱਟ, ਬਲਟੋਆ ਸਾਹਿਬ ਸਮਝਾ ਦੇਣ, ਮੈਂ ਬਲਟੋਆ ਸਾਹਿਬ ਦੇ ਨਾਲ ਚਲਾ ਜਾਊਂ ਦਿੱਲੀ, ਹੋਰ ਬੋਲੋ, ਪਰ ਪੱਲੇ ਤਾਂ ਪਵੇ ਕੁਛ। ਔਰ ਕਿਸੇ ਦੇ ਮਗਰ ਤੁਸੀਂ ਜਿੰਨੇ ਲੋਕ ਆ ਰਹੇ ਨੇ, ਆਪਾਂ ਨੂੰ ਪੁੱਛ ਲਈਏ, ਕਿਸੇ ਨੂੰ ਪੁੱਛ ਲਓ, ਪਰ ਇਹਨਾਂ ਨਹੀਂ ਨੌਲੇਜ ਜਿਹੜੀ ਹੈ, ਚਲੋ ਕਈਆਂ ਨੂੰ ਨੌਲੇਜ ਹੈ, ਕਈਆਂ ਮੇਰੇ ਵਰਗਿਆਂ ਨੂੰ ਨਹੀਂ ਹੁੰਦੀ, ਕਿਹੜੇ ਮੇਰੇ ਵਰਗੇ ਘੱਟ ਪੱਡੇ ਨਹੀਂ ਸਮਝ ਆਉਂਦੀ, ਸਾਨੂੰ ਕੀ ਕਰੀਏ ਦੱਸੋ। ਤਾਂ ਅੱਛਾ ਮੈਂ ਤਾਂ ਆ ਵੀ ਕਹਿਣਾ ਕਿ ਕਿਸਾਨ ਜਥੇਬੰਦੀਆਂ ਦੇ 5 ਬੰਦੇ ਔਰ 5 ਬੰਦੇ ਸਰਕਾਰ ਦੇ, ਤੇ 5 ਬੰਦੇ ਹੋ ਜਾਣ ਮਤਲਬ ਜਿਹੜੇ ਖੇਤੀਬਾੜੀ ਮਾਹਿਰ ਜਾਨੀ ਜੀ, ਇਹ ਤਾਂ ਗੱਲ ਕਿਸਾਨ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਇਹ ਨਹੀਂ ਹੋ ਸਕਦੀ, ਅਸੀਂ 40-42 ਜਥੇਬੰਦੀਆਂ ਹਮੇਸ਼ਾ ਇਕੱਠੀਆਂ ਹੀ ਰਵਾਂਗੇ, ਅਸੀਂ ਨਹੀਂ ਹੋ ਸਕਦੇ। ਚਲੋ ਖੈਰ, ਸ਼ੁਕਰੀਆ ਜਾਨੀ ਜੀ, ਮਾਫ ਕਰਨਾ ਸਮੇਂ ਦੀ ਕਮੀ ਹੈ ਥੋੜੀ। ਸ਼ੁਕਰੀਆ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਦੇ ਲਈ। ਵਿਰਸਾ ਸਿੰਘ ਵਲਟੋਆ ਜੁੜੇ। ਵਿਰਸਾ ਸਿੰਘ ਵਲਟੋਆ ਜੀ, ਤੁਹਾਡਾ ਵੀ ਸ਼ੁਕਰੀਆ ਆਪਣਾ ਸਮਾਂ ਦੇਣ ਦੇ ਲਈ। ਤਾਂ ਕੁੱਲ ਮਿਲਾ ਕੇ ਬੀਜੇਪੀ ਕਹਿ ਰਹੀ ਹੈ ਕਿ ਜੋ NIA ਦੀ ਕਾਰਵਾਈ ਹੈ, NIA ਦੀ ਕਾਰਵਾਈ ਨੂੰ ਨਾ ਜੋੜਿਆ ਜਾਵੇ, ਵਿਰੋਧ ਕੀਤਾ ਜਾ ਰਿਹਾ। ਕਾਂਗਰਸ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ। ਰਮਨ ਬਾਲਾ ਜੀ ਵੀ ਜੁੜੇ। ਰਮਨ ਜੀ, ਤੁਹਾਡਾ ਵੀ ਸ਼ੁਕਰੀਆ। ਤਾਂ ਬੀਜੇਪੀ ਕਹਿ ਰਹੀ ਹੈ ਕਿ ਵਿਰੋਧੀ ਪਾਰਟੀ ਸਿਰਫ ਜਿਹੜੇ ਉਹਨਾਂ ਦਾ ਕੰਮ ਹੁੰਦਾ ਹੈ ਵਿਰੋਧ ਕਰਨਾ, ਆਪਣੀ ਸਿਆਸਤ ਦੇ ਚੱਲਦਿਆਂ ਹੀ ਉਹ ਇਹ ਵਿਰੋਧ ਕਰ ਰਹੇ ਨੇ, ਕਿਉਂਕਿ ਉਹ ਜੋ ਆਪਣੇ ਵਿਰੋਧੀ ਨੇ ਉਹਨਾਂ ਦੀ ਸਰਾਹਨਾ ਨਹੀਂ ਕਰ ਸਕਦੇ ਹੁੰਦੇ। ਇਹ ਸ਼ੁਰੂ ਤੋਂ ਜਿਹੜੀ ਰੀਤ ਬਣੀ ਆਈ ਹੈ। ਪਰ ਦੂਜੇ ਪਾਸੇ ਜੋ ਅਕਾਲੀ ਦਲ ਹੈ ਜਾਂ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ, ਉਹ ਇਹ ਕਹਿ ਰਹੀ ਹੈ ਕਿ ਬੀਜੇਪੀ ਹੁਣ ਇਹਨਾਂ ਹੱਥਕੰਡਿਆਂ ਤੇ ਆ ਗਈ ਹੈ ਕਿ ਇਸ ਅੰਦੋਲਨ ਨੂੰ ਡੀਰੇਲ ਕਰਨ ਦੇ ਲਈ NIA ਦਾ ਸਹਾਰਾ ਜਿਹੜਾ ਉਹ ਲਿਆ ਜਾ ਰਿਹਾ ਹੈ। ਤਾਂ ਫਿਲਹਾਲ
ਸਿਆਸਤ ਪੂਰੀ ਤਰ੍ਹਾਂ ਇਸ ਮਾਮਲੇ 'ਚ ਪੱਕ ਗਈ ਹੈ। ਉਧਰ ਕਿਸਾਨ ਜਥੇਬੰਦੀਆਂ ਦੀ ਵੀ ਨਾਰਾਜ਼ਗੀ ਸਰਕਾਰ ਦੇ ਨਾਲ ਵੱਧਦੀ ਜਾ ਰਹੀ ਹੈ ਲਗਾਤਾਰ। ਹੁਣ 19 ਜਨਵਰੀ ਦੀ ਮੀਟਿੰਗ ਤੇ ਵੀ ਨਜ਼ਰਾਂ ਟਿਕੀਆਂ ਨੇ ਕਿ ਉਸ ਮੀਟਿੰਗ ਦੇ ਵਿੱਚ ਸਰਕਾਰ ਨਾਲ ਗੱਲਬਾਤ ਹੁੰਦੀ ਹੈ। ਉਸ ਤੋਂ ਪਹਿਲਾਂ ਅੱਜ ਜੋ 2 ਵਜੇ ਮੀਟਿੰਗ ਸੰਯੁਕਤ ਰਾਸ਼ਟਰ ਮੋਰਚੇ ਦੀ ਹੋਣ ਜਾ ਰਹੀ ਹੈ ਉਹ ਵੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਉਸ ਮੀਟਿੰਗ ਦੇ ਵਿੱਚ ਵੀ ਇਹ NIA ਦਾ ਮੁੱਦਾ ਵਿਚਾਰਿਆ ਜਾਵੇਗਾ। ਇਹ ਤੁਹਾਡੇ ਖਿਲਾਫ ਆ ਨੋਟਿਸ ਹੈ ਤੇ ਕੀ ਕਹਿਣਾ ਚਾਹੁੰਦਾ ਮੈਨੂੰ ਤਾਂ ਪਤਾ ਹੀ ਨਹੀਂ। ਉਹ ਕਹਿੰਦੇ ਵੀ ਤੁਹਾਨੂੰ ਤਾਂ 17 ਤਰੀਕ ਨੂੰ ਬੁਲਾਇਆ। ਮੈਂ ਵੀ 17 ਤਰੀਕ ਨੂੰ ਬੁਲਾਇਆ। 17 ਤਰੀਕ ਨੂੰ ਮੇਰਾ ਜਾਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਮੈਂ ਮੇਰੀ ਬੇਟੀ ਹੈ ਨਹੀਂ, ਉਹਦੀ ਡੈਥ ਹੋ ਚੁੱਕੀ ਹੈ ਤੇ ਮੇਰੀ ਦੋਤੀ ਦਾ ਵਿਆਹ। ਮੈਂ ਉਹ ਨਾਲ ਕੋਈ ਮਾੜਾ ਮੋਟਾ ਕੁਝ ਸਮਾਨ ਸਮੂਨ ਦੀ ਖਰੀਦੋ ਫਰੋਖਤ ਕਰਨ ਵਾਸਤੇ ਆਇਆ ਔਰ 7 ਤਰੀਕ ਦਾ ਉਹਦਾ ਵਿਆਹ ਹੈ ਤੇ ਮੈਂ 7 ਫਰਵਰੀ ਤੋਂ ਬਾਅਦ ਹੀ ਜਿਹੜਾ ਉਹ ਜਾ ਸਕਾਂਗਾ। ਸੋ ਇਸ ਤਰ੍ਹਾਂ ਮਤਲਬ ਕਿ ਮੈਨੂੰ ਉਦੋਂ ਪਤਾ ਲੱਗਿਆ ਤੇ ਇਹ ਨੋਟਿਸ ਤੁਹਾਨੂੰ WhatsApp ਤੇ ਭੇਜਿਆ ਗਿਆ, ਕੋਈ ਫੋਨ ਕਾਲ ਵੀ ਆਈ ਕਿ ਇਹਦੇ ਬਾਰੇ ਤੁਹਾਨੂੰ ਪਤਾ ਪੱਤਰਕਾਰਾਂ ਤੋਂ ਹੀ ਪਤਾ ਲੱਗਾ? ਪੱਤਰਕਾਰਾਂ ਤੋਂ ਪਤਾ ਲੱਗਾ ਤੇ ਫਿਰ WhatsApp ਵੇਖੀ ਜਦੋਂ ਤੇ ਫਿਰ ਪਤਾ ਲੱਗਾ ਕਿ ਜੇ ਪੱਤਰਕਾਰਾਂ ਨੂੰ ਪਤਾ ਲੱਗ ਪੋਲੀਟੀਕਲੀ ਮੋਟੀਵੇਟਡ ਆ ਬਾਈ ਜੀ। ਸੋ ਜਿਹੜਾ ਸਿਸਟਮ ਕ੍ਰੀਏਟ ਹੋਇਆ ਜਾਂ ਉਹਦੇ ਇੰਸਟੀਟਿਊਟਸ ਕ੍ਰੀਏਟ ਹੋਏ ਏਜੰਸੀਜ਼ ਕ੍ਰੀਏਟ ਹੋਈਆਂ ਉਹਨੂੰ ਆਪਦੇ ਫਾਇਦੇ ਲਈ ਵਰਤ ਰਹੇ ਆ ਬਸ। ਸੋ ਇਹ ਤਾਂ ਸਾਨੂੰ ਦੇਖ ਹੀ ਰਿਹਾ ਨਾ, ਸੁਪਰੀਮ ਕੋਰਟ ਹੋ ਜੇ ਚਾਹੇ ਇਲੈਕਸ਼ਨ ਕਮਿਸ਼ਨ ਹੋਵੇ, ਚਾਹੇ ਇਨਫੋਰਸਮੈਂਟ ਡਾਇਰੈਕਟੋਰੇਟ ਹੋਵੇ, ਹੈ ਨਾ, ਚਾਹੇ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੋਵੇ, ਇਸੇ ਤਰ੍ਹਾਂ CBI ਹੋਵੇ, ਜਦੋਂ ਚਾਹਣ ਜਿਵੇਂ ਚਾਹਣ। 17 ਤਰੀਕ ਨੂੰ ਇੱਕ ਸਮਾਂ ਦਿੱਤਾ ਗਿਆ, ਉਸ ਸਮੇਂ ਪੇਸ਼ ਹੋਣ ਲਈ ਕਿਹਾ ਗਿਆ ਹੈਗਾ। ਕੀ ਤੁਸੀਂ ਉਸ ਸਮੇਂ ਪੇਸ਼ ਹੋ ਰਹੇ ਹੋ NIA ਦੇ ਸਾਹਮਣੇ? ਨਹੀਂ ਜੀ, ਨਹੀਂ ਪੇਸ਼ ਹੋ ਰਿਹਾ ਜੀ। ਕੀ ਕਾਰਨ ਹੈ ਕਿ ਜਿਹੜਾ ਤੁਸੀਂ ਨਹੀਂ ਪੇਸ਼ ਹੋ ਰਹੇ? ਹਵਾਲਾ ਕੀ ਦਿੱਤਾ ਕਿ ਹਾਲੇ ਤੱਕ ਕੋਈ ਲਿਖਤੀ ਰੂਪ ਚ ਉਹਨਾਂ ਨੂੰ ਭੇਜਿਆ ਜਵਾਬ, ਜਾਂ ਵੈਸੇ ਆਪਣੇ ਤੌਰ ਤੇ ਜਵਾਬ ਦਿੱਤਾ ਜਾ ਰਿਹਾ? ਨਹੀਂ ਜੀ, ਹਜੇ ਤਾਂ ਆਪਦੇ ਤੌਰ ਤੇ ਜਵਾਬ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਤਾਂ 24 ਘੰਟਿਆਂ ਦਾ ਸਮਾਂ ਵੀ ਨਹੀਂ ਦਿੱਤਾ। ਜਦੋਂ ਕੋਈ ਨੋਟਿਸ ਆਉਂਦਾ ਉਹਦੇ ਚ ਸਫੀਸ਼ੀਐਂਟ ਟਾਈਮ ਦਿੱਤਾ ਜਾਂਦਾ। ਤੁਸੀਂ ਅਪੀਅਰ ਹੋ ਇਨਵੈਸਟੀਗੇਸ਼ਨ ਏਜੰਸੀਜ਼ ਦੇ ਸਾਹਮਣੇ, ਰਾਈਟ, ਤਾਂ ਉਹ ਸਫੀਸ਼ੀਐਂਟ ਟਾਈਮ ਵੀ ਨਹੀਂ ਵੀ 16 ਤਰੀਕ ਨੂੰ ਨੋਟਿਸ ਕੱਢਿਆ, 17 ਨੂੰ ਤੁਸੀਂ ਆਓ ਜੀ। तो उनका मंसूबा है, अगर वो चाहे कि इन लोगों को जेल में भेज के हम किसान आंदोलन को फेल कर सकते हैं, इसको कुचल सकते हैं, तो वो उसकी कड़ी है, उसका सोचना है। सो इसलिए हम इससे हमको ना कोई खतरा है, ना कोई डर है, ना कोई भय है। हम जाएंगे और जो भी करना चाहे रेस्ट करना चाहे रेस्ट कर लें, जो भी उनकी मंशा है वो पता चल जाएगा। ਨਹੀਂ ਹੋਏ ਗੱਲ ਸਮਝੋ, ਉਹਨੂੰ ਚੰਗੀ ਤਰ੍ਹਾਂ ਪੜ੍ਹੋ। ਅਸੀਂ ਹੁਣ ਕਿਹਾ, ਅਸੀਂ ਵੀ ਪਹਿਲਾਂ ਇਹ ਸਮਝੀ ਗਏ ਪਤਾ ਨਹੀਂ ਪਰਚੇ ਦਰਜ ਹੋਏ, ਪਰਚੇ ਨਹੀਂ ਦਰਜ ਹੋਏ। ਕੋਈ ਪੁਰਾਣੇ ਪਰਚੇ ਦਾ ਰੈਫਰੈਂਸ ਦੇ ਕੇ ਉਹਦੇ ਚ ਕਿਹਾ ਇਹਦੇ ਵਿੱਚ ਤੁਸੀਂ ਪੇਸ਼ ਹੋਵੋ, ਫਲਾਣਾ ਅੰਡਰ ਸੈਕਸ਼ਨ ਕੇਵਲ ਨੋਟਿਸ ਜਾਰੀ ਕੀਤੇ ਨੇ ਜਿਹਦੇ ਤੇ ਹੈ ਪਰਚਾ, ਜਿਹਦੇ ਤੇ ਪਰਚਾ ਹੋਊਗਾ ਉਹਦਾ ਸਾਨੂੰ ਨਹੀਂ ਪਤਾ। ਜਿਹੜੇ ਸਾਡੇ ਕੋਲ ਅੱਜ ਆਏ ਨੇ ਉਹ ਬਹੁਤੇ ਉਹਨੇ ਵੀ ਤੁਸੀਂ ਫਲਾਣੇ ਕੇਸ ਵਿੱਚ ਅਪੀਅਰ ਹੋਵੋ। ਰਾਜਾ ਦਾ ਫੰਡਿੰਗ ਦਾ ਗੱਲ ਸਾਹਮਣੇ ਆ ਰਹੀ ਹੈ ਕਿ ਕੋਈ ਬਾਹਰੋਂ ਫੰਡਿੰਗ ਹੋਈ ਹੈ। ਇਹ ਐਵੇਂ BJP ਵਾਲੇ ਉਦਾਂ ਹੀ ਲਾਉਂਦੇ ਨੇ, ਇਦਾਂ ਦੀ ਕੋਈ ਗੱਲ ਨਹੀਂ ਹੈ। ਸਾਡੇ ਕੋਲੇ ਤੇ ਸਾਡਾ ਆਪਣਾ ਭਾਈਚਾਰਾ ਹੀ ਬਹੁਤ ਹੈ ਜਿਹੜਾ ਸਾਨੂੰ ਕੰਟਰੀਬਿਊਟ ਕਰੀ ਜਾ ਰਿਹਾ। ਸਾਡੇ ਅੱਜ ਧਿਆਨ 'ਚ ਆਇਆ ਇੱਥੇ ਮੀਟਿੰਗ ਵਿੱਚ ਸਰਕਾਰ, BJP ਸਰਕਾਰ ਇੰਨੀ ਡਰ ਗਈ, ਇੰਨੀ ਘਬਰਾ ਗਈ, ਉਹ ਅੱਜ ਤੱਕ ਸਾਡਾ ਏਕਾ ਤੋੜ ਨਹੀਂ ਸਕੀ। ਉਹ ਹੁਣ ਘਟੀਆ ਹਰਕਤਾਂ ਤੇ ਆ ਗਏ। ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਇੱਥੇ ਕੋਈ ਲੰਗਰ ਲਾਏ ਹੋਏ ਨੇ, ਕੋਈ ਇੱਥੇ ਨੂੰ ਬੱਸਾਂ ਆਉਂਦੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ NIA ਦੇ ਨੋਟਿਸ ਦੇਣੇ ਸ਼ੁਰੂ ਕੀਤੇ ਆ। ਕਈਆਂ ਨੇ ਜਿਨ੍ਹਾਂ ਨੇ ਸ਼ਹੀਦਾਂ ਦੀ ਮਦਦ ਕੀਤੀ ਹੈ ਉਹਨਾਂ ਨੂੰ ਨੋਟਿਸ ਦੇਣੇ ਸ਼ੁਰੂ ਕੀਤੇ ਆ। ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਸਰਕਾਰ ਨੂੰ ਸਾਫ਼ ਕਹਿਣਾ ਚਾਹੁੰਦੇ ਹਾਂ ਵੀ ਇਦਾਂ ਸਾਨੂੰ ਤੁਸੀਂ ਦਬਾ ਨਹੀਂ ਸਕਦੇ, ਇਦਾਂ ਸਾਡੇ ਅੰਦੋਲਨ ਨੂੰ, ਸਾਡੇ ਏਕੇ ਨੂੰ ਤੁਸੀਂ ਤੋੜ ਨਹੀਂ ਸਕਦੇ। ਔਰ ਜਿਹੜੇ ਲੋਕਾਂ ਨੂੰ ਨੋਟਿਸ ਆ ਰਹੇ ਆ ਉਹਨਾਂ ਨੂੰ ਅਪੀਲ ਹੈ ਵੀ ਪਰਵਾਹ ਨਾ ਕਰਨ ਇਹਨਾਂ ਨੋਟਿਸਾਂ ਦੀ, ਬੈਠਣ ਘਰੇ, ਫੈਸਲਾ ਕਰਾਂਗੇ ਕਿਸੇ ਵੇਲੇ, ਫਿਰ ਜਥੇਬੰਦੀ ਫੈਸਲਾ ਕਰੂ। ਸਰਕਾਰ ਤੋਂ ਮੰਗ ਹੈ ਵੀ ਇਹਨਾਂ ਨੋਟਿਸਾਂ ਨੂੰ ਵਿਡਰਾ ਕਰੇ, ਇਹਦੀਆਂ ਘਟੀਆ ਹਰਕਤਾਂ ਨਾ ਕਰੇ। ਜਿਹੜੇ ਸ਼ਹੀਦ ਪਰਿਵਾਰਾਂ ਦੀ ਮਦਦ ਕੀਤੀ ਉਹਨਾਂ ਦੇ ਕੇਸਿਸ ਅਸੀਂ ਕੱਲ੍ਹ ਉਠਾਏ ਸੀ। ਅਸੀਂ ਉਹਨਾਂ ਨੂੰ, ਕਿਉਂਕਿ ਅੱਗੇ ਵੀ ਪਹਿਲਾਂ ਕੇਸਿਸ ਉਠਾਉਂਦੇ ਹਾਂ, ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੰਨੀ ਕਮਜ਼ੋਰ ਕਿਉਂ ਹੋ ਗਈ BJP ਵੀ ਲੋਕਾਂ ਨੂੰ ਨੋਟਿਸ ਦੇ ਕੇ NIA ਵਿੱਚ ਵਾੜਤੀ। ਪਹਿਲਾਂ News 18 ਨੈਟਵਰਕ ਤੁਸੀਂ ਵੇਖ ਰਹੇ ਹੋ ਨਿਊਜ਼